ਜੀ ਸਰੋਤਿਓ, ਸਵਾਗਤ ਹੈ ਜੀ ਐਪੀਸੋਡ ਨੰਬਰ 5, ਜਿਹਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਜੋੜੀਆਂ ਗਈਆਂ ਸਾਖੀਆਂ ਦੀ ਪੜਚੋਲ ਦੇ ਵਿੱਚੋਂ। ਜੋ ਬਾਲੇ ਵਾਲੀ ਜਨਮ ਸਾਖੀ ਹੈ, ਉਹਦੇ ਵਿੱਚ ਅਸੀਂ ਪੜਚੋਲ ਕਰ ਰਹੇ ਹਾਂ ਗੁਰਬਾਣੀ ਦੇ ਆਦਰਸ਼, ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਆਦਰਸ਼ ਹੈ, ਉਹਦੇ ਅਕੋਰਡਿੰਗਲੀ ਕਿ ਕੀ ਉਹਨਾਂ ਨੇ ਸੱਚਮੁੱਚ ਇੱਕ ਰੈਵੋਲਿਊਸ਼ਨ ਖੜਾ ਕੀਤਾ ਸੀ ਕਿ ਇੱਕ ਚਮਤਕਾਰ ਦਾ ਜਿਹੜਾ ਭਾਂਡਾ ਸੀ ਉਹ ਉਹਨਾਂ ਦੇ ਸਿਰ ਫੋੜਨ ਦੀ ਵਾਰ-ਵਾਰ ਜਿਹੜੀ ਕੋਸ਼ਿਸ਼ ਕੀਤੀ ਗਈ ਤੇ ਬਾਬੇ ਨੂੰ ਚਮਤਕਾਰੀ ਬਣਾ ਕੇ ਸਾਬਤ ਕੀਤਾ ਗਿਆ। ਆਓ ਹਮੇਸ਼ਾ ਦੀ ਤਰ੍ਹਾਂ ਅੱਜ ਸਾਡੇ ਨਾਲ ਮਹਾਨ ਸ਼ਖਸੀਅਤ ਜੋ ਭਾਈ ਇੰਦਰ ਸਿੰਘ ਜੀ ਘੱਗਾ ਸਾਡੇ ਨਾਲ ਹਾਜ਼ਰ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਫਤਿਹ ਸਾਂਝੀ ਕਰੀਏ, ਸਾਰੇ ਕੰਸਰਨ ਰੱਖਿਓ। ਸਾਡਾ ਮੇਨ ਮੋਟਿਵ ਜਿਹੜਾ ਹੈਗਾ ਉਹ ਗੁਰੂ ਪਾਤਸ਼ਾਹ ਜੀ ਦੇ ਸੱਚ ਨੂੰ ਤੁਹਾਡੇ ਤੱਕ ਰੱਖਣਾ ਹੈ। ਹਾਂਜੀ ਬਾਪੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਪੂ ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਦੂਸਰੀ ਗੱਲ ਹੈ ਜੀ ਕਿ ਜਿਸ ਤਰੀਕੇ ਨਾਲ ਆਪਾਂ ਪਿੱਛੇ ਤੋਂ ਲੈ ਕੇ ਇਹਨਾਂ ਸਾਖੀਆਂ ਦੀ ਪੜਚੋਲ ਕਰ ਰਹੇ ਹਾਂ ਤੇ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਉੱਚ ਜਿਹੜੇ ਉਹਨਾਂ ਦੇ ਪੱਖ ਹੈਗੇ ਆ ਜੋ ਸਕਾਰਥੇ ਨੇ ਸਮਾਜ ਦੇ ਲਈ, ਉਹ ਇਹਨਾਂ ਦੇ ਸਰੋਤਿਆਂ ਦੇ ਅੱਗੇ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਵੀ ਕੁਝ ਸਵਾਲ ਲੈ ਕੇ ਮੈਂ ਤੁਹਾਡੇ ਤੱਕ ਪਹੁੰਚਿਆ ਜੀ। ਅੱਜ ਦਾ ਜਿਹੜਾ ਮੇਨ ਕੰਸਰਨ ਹੈ ਜੀ, ਬਾਬਾ ਜੀ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਰਹਿਣ ਵਾਲਾ ਇੱਕ ਉਹਨਾਂ ਦੇ ਪਰਛਾਵੇਂ ਦੀ ਨਿਆਈ ਨਾਲ ਨਿਭਣ ਵਾਲਾ ਸਾਥੀ ਹੈ ਭਾਈ ਮਰਦਾਨਾ, ਜਿਹਨੂੰ ਭਾਈ ਗੁਰਦਾਸ ਜੀ ਨੇ ਕਿਹਾ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਇੱਕ ਤਾਂ ਰਬਾਬੀ ਮਰਦਾਨੇ ਦੇ ਤੌਰ ਤੇ ਉਹਨਾਂ ਨੂੰ ਨਾਲ ਜਿਹੜਾ ਅਸੀਂ ਉਹਨਾਂ ਦੀ ਪੇਸ਼ਕਾਰੀ ਦੇਖਦੇ ਹਾਂ, ਪਰ ਉਹਨਾਂ ਦਾ ਕਿਰਦਾਰ ਜਿਹੜਾ ਕਿਤੇ ਨਾ ਕਿਤੇ ਜਦੋਂ ਵੀ ਅਸੀਂ ਤੱਕਿਆ ਵੇਖਿਆ ਇਹਨਾਂ ਸਾਖੀਆਂ ਦੇ ਵਿੱਚੋਂ ਸਾਨੂੰ ਪੜ੍ਹਾਇਆ ਗਿਆ, ਸੁਣਾਇਆ ਗਿਆ, ਤਾਂ ਪੁਰਾਣੇ ਲੋਕਾਂ ਨੇ ਜਿੰਨੇ ਵੀ ਇਹ ਸਾਡੇ ਪ੍ਰਚਾਰਕ ਬਣ ਕੇ ਜਾਂ ਬਾਬਿਆਂ ਲੋਕਾਂ ਵੱਲੋਂ ਸਾਡੇ ਸਿਰ ਮੜਿਆ ਗਿਆ ਜਿਹੜਾ ਕਿਰਦਾਰ ਸੀ ਮਰਦਾਨਾ ਜੀ ਦਾ, ਉਹ ਸੀ ਕਿ ਕਿਤੇ ਉਹਨਾਂ ਦੀ ਖੁਦ ਦੀ ਪੂਜਾ ਹੋ ਰਹੀ ਹੈ, ਪੂਜਾ ਕਰਵਾ ਰਹੇ ਨੇ, ਕਿਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਜੀ ਦੇ ਰਾਹੀਂ ਉਹ ਆਪਣੀ ਭੁੱਖ ਨੂੰ ਅੱਗੇ ਰੱਖ ਕੇ ਵਾਰ-ਵਾਰ ਜਿਹੜਾ ਕਹਿੰਦਾ ਕਿ ਬਾਬਾ ਜੀ ਭੁੱਖ ਲੱਗੀ ਹੈ ਜੀ, ਕੁਛ ਕਰੋ, ਰੋਟੀ ਦਾ ਪ੍ਰਬੰਧ ਕਰੋ, ਇਹ ਕਰੋ। 100 ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਬਾਰੇ ਦਰਸਾਈਆਂ ਜਾਂਦੀਆਂ। ਅੱਜ ਅਸੀਂ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸੰਗੀ ਸਾਥੀ ਜੋ ਕਿ ਮਰਦਾਨਾ ਜੀ ਨੇ, ਉਹਨਾਂ ਦੇ ਆਚਰਣ ਬਾਰੇ, ਉਹਨਾਂ ਦੇ ਜੀਵਨ ਕਲਾ ਬਾਰੇ ਸਤਿਕਾਰਯੋਗ ਬਾਪੂ ਜੀ ਨੂੰ ਪੁੱਛਾਂਗੇ। ਹਾਂਜੀ ਬਾਪੂ ਜੀ, ਇਹ ਜੋ ਮਰਦਾਨਾ ਜੀ ਦਾ ਕਿਰਦਾਰ ਹੈ ਉਹ ਕਿਸ ਤਰ੍ਹਾਂ ਦਾ ਜੀ? ਇੱਥੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਉਦੋਂ ਤਾਂ ਅੱਜ ਵੀ ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਵਹਿਮਾਂ ਭਰਮਾਂ ਤੋਂ, ਜਾਦੂ ਮੰਤਰਾਂ ਤੋਂ, ਤਰ੍ਹਾਂ ਤਰ੍ਹਾਂ ਦੀਆਂ ਕਮਜ਼ੋਰੀਆਂ ਤੋਂ, ਭੁੱਖ, ਨੰਗ, ਗਰੀਬੀ ਆਦਿਕ ਤੋਂ, ਕਾਇਰਤਾ ਤੋਂ, ਸਭ ਤੋਂ ਬਚਾ ਕੇ ਇੱਕ ਉੱਚੇ ਦਰਜੇ ਦਾ ਨਮੂਨੇ ਦਾ ਇਨਸਾਨ ਬਣਾਉਣ ਦਾ ਵਾਸਤੇ ਪੂਰਾ ਵਾਹ ਲਾਇਆ ਹੈ। ਪਰ ਜਿਹੜਾ ਉਹਨਾਂ ਦੇ ਨਾਲ ਇੱਕ ਇਨਸਾਨ ਰਹਿ ਰਿਹਾ ਹੈ, ਸਾਰੀ ਉਮਰ ਜੀ ਨੇ ਲਿਖ ਕੇ ਲਾ ਦਿੱਤੀ, ਪਰਿਵਾਰ ਛੱਡ ਦਿੱਤਾ, ਸਾਰੀਆਂ ਖੁਸ਼ੀਆਂ ਗਮੀਆਂ ਭੁਲਾ ਦਿੱਤੀਆਂ, ਗੁਰੂ ਤੋਂ ਆਪਣੇ ਆਪ ਨੂੰ ਸਮਰਪਣ ਦੀ ਭਾਵਨਾ ਨਾਲ ਉਹਨੇ ਸਭ ਕੁਝ ਵਾਰ ਦਿੱਤਾ ਤੇ ਉਸ ਨੂੰ ਬਹੁਤ ਹੀ ਨਾ ਸਮਝ, ਡਰਪੋਕ, ਬੁਝਦਿਲ, ਭੁੱਖਾ ਆਦਿਕ, ਲਾਲਚੀ ਜਿਹਾ ਬਣਾ ਕੇ ਪੇਸ਼ ਕਰ ਦਿੱਤਾ। ਤੇ ਇਹ ਜਿਹੜਾ ਸਾਰਾ ਕੁਝ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਸਾਖੀਆਂ ਨੂੰ ਇੰਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਤੱਕ ਸਟੇਜਾਂ ਤੇ ਸੁਣਾਇਆ ਜਾ ਰਿਹਾ ਹੈ। ਇੱਥੇ ਇਸ ਸਾਖੀ ਦੀ ਆਪਾਂ ਪਹਿਲਾਂ ਚੀਰ ਫਾੜ ਕਰਨ ਤੋਂ ਇੱਕ ਹੋਰ ਜਿਹੜੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਇੱਕ ਊਚ ਕੋਟੀ ਦਾ ਵਿਦਵਾਨ ਪ੍ਰੋਫੈਸਰ ਕਿਸ਼ਨ ਸਿੰਘ ਹੋਇਆ ਤੇ ਕਿਸ਼ਨ ਸਿੰਘ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਜਿੱਥੇ ਵੀ ਅਰਥ ਕੀਤੇ ਨੇ, ਉਹਨੇ ਇਹ ਲਿਖਿਆ ਕਿ ਇਹ ਗੁਰੂ ਨਾਨਕ ਸਾਹਿਬ ਦਾ ਇਨਕਲਾਬ ਸੀ ਭਾਰਤੀ ਲੋਕਾਂ ਦੇ ਵਿੱਚ। ਨਵੀਂ ਵਿਚਾਰਧਾਰਾ ਜਿਹੜੀ ਕਿ ਰਾਜਨੀਤੀ ਦਾ ਤਖਤਾ ਪਲਟਣ ਵਾਸਤੇ ਵੀ ਮੁੱਢਲਾ ਬੀਜ ਰੂਪ ਦੇ ਵਿੱਚ ਕੰਮ ਕੀਤਾ ਤੇ ਜਿਹਨੇ ਪੁਜਾਰੀਆਂ ਦੀਆਂ ਜੜ੍ਹਾਂ ਵੀ ਖੋਖਲੀਆਂ ਕੀਤੀਆਂ, ਸਮਾਜ ਨੂੰ ਜਗਾਉਣ ਦੇ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾਇਆ। ਉਸ ਇਨਕਲਾਬੀ ਵਿਚਾਰਧਾਰਾ ਨੂੰ ਪੂਜਾ ਕਰਕੇ ਗੁਰਦੁਆਰਿਆਂ 'ਚ ਬੰਦ ਕਰਕੇ ਰੱਖ ਦਿੱਤਾ ਗਿਆ ਤੇ ਇਹਨੂੰ ਧਰਮ ਦਾ ਕਹਿ ਕੇ ਲਿਬਾਸ ਪਵਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਰੁਮਾਲਿਆਂ 'ਚ ਵਲੇਟ ਕੇ ਥਾਂ ਥਾਂ ਤੇ ਰੱਖ ਦਿੱਤਾ। ਇਨਕਮ ਦਾ ਸਾਧਨ ਤਾਂ ਬਣਾ ਲਿਆ ਗਿਆ ਗੁਰੂ ਗ੍ਰੰਥ ਸਾਹਿਬ ਨੂੰ, ਪਰ ਜਿਹੜੀ ਇਨਕਲਾਬੀ ਵਿਚਾਰਧਾਰਾ ਸੀ ਉਹਨੂੰ ਪੂਰੀ ਤਰ੍ਹਾਂ ਦਬਾ ਦਿੱਤਾ ਗਿਆ ਤੇ ਉਹਨੂੰ ਸਿੱਖਾਂ ਦੇ ਮਨਾਂ 'ਚੋਂ ਵੀ ਹੋਰ ਹੀ ਕੁਝ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਹੁਣ ਇਸੇ ਤਰ੍ਹਾਂ ਇਹ ਭਾਈ ਮਰਦਾਨਾ ਜੀ ਦੀ ਜਿਹੜੀ ਗੱਲ ਹੈ, ਭਾਈ ਮਰਦਾਨਾ ਜੀ ਜਦੋਂ ਵੀ ਕਿਤੇ ਜਾਂਦਾ ਹੈ, ਕਹਿੰਦੇ ਇੱਕ ਪਿੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਗਏ ਪਰ ਆਪ ਤਾਂ ਬਾਹਰ ਬੈਠ ਗਏ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ, ਮਰਦਾਨਾ ਜੀ
ਕਿ ਜੀ ਇੱਥੇ ਪਿੰਡ ਦੇ ਵਿੱਚ ਰੌਲਾ ਰੱਪਾ ਜਿਹਾ ਪੈ ਰਿਹਾ, ਮੈਂ ਵੀ ਜਾਇਆ ਮਾਂ। ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਇਜਾਜ਼ਤ ਦੇ ਦਿੱਤੀ ਕਿ ਭਾਈ ਜਾਇਆ ਤੂੰ ਵੀ। ਉੱਥੇ ਗਿਆ, ਉਹਨਾਂ ਨੇ ਉਹਨੂੰ ਸਾਧੂ ਮਹਾਤਮਾ ਜਾਣ ਕੇ ਬੜਾ ਉਹਨੂੰ ਧਨ ਦੌਲਤ ਦੇ ਦਿੱਤਾ, ਤੇ ਉੱਥੇ ਕੋਈ ਵੱਡਾ ਬੰਦਾ ਆਪਣੇ ਬਾਲ ਬੱਚਿਆਂ ਦੇ ਕਿਸੇ ਮੁੰਡੇ ਦੀ ਖੁਸ਼ੀ ਦੇ ਵਿੱਚ ਪਾਰਟੀ ਕਰ ਰਿਹਾ ਸੀ, ਜਸ਼ਨ ਮਨਾ ਰਿਹਾ ਸੀ, ਜੀ ਉਹਨੂੰ ਉਹਦੇ ਵੱਟੇ ਬਹੁਤ ਕੁਝ ਦੇ ਦਿੱਤਾ। ਇਸ ਤਰ੍ਹਾਂ ਸੋਹਣੇ ਕੱਪੜਿਆਂ ਨਾਲ, ਰੁਪਈਆਂ ਆਦਿਕ ਨਾਲ ਭਾਈ ਮਰਦਾਨਾ ਜੀ ਨੂੰ ਲੱਦ ਦਿੱਤਾ, ਤੇ ਚੰਗੀ ਵੱਡੀ ਪੰਡ ਬੰਨ ਕੇ ਉਹ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਕੋਲੇ ਆ ਗਏ। ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਇਹ ਕੀ ਤੂੰ ਕੀਤਾ? ਕਹਿਣ ਲੱਗੀ, ਉਹਨਾਂ ਨੇ ਕੁਝ ਜਿਹੜਾ ਦਿੱਤਾ ਮੈਂ ਲਿਆ ਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਾਰਾ ਕੁਝ ਸੁੱਟ ਦੇ ਇੱਥੇ। ਹੁਣ ਜੀ ਇੱਥੇ ਜਿਹੜੀ ਗੱਲ ਸਮਝਾਉਣ ਲਈ ਸੀ ਉਹ ਤਾਂ ਇਹ ਸੀ ਕਿ ਭਾਈ ਆਪਾਂ ਸਫ਼ਰ ਦੇ ਵਿੱਚ ਆ, ਸਫ਼ਰ 'ਚ ਸਾਰਾ ਕੁਝ ਅਸੀਂ ਨਾਲ ਚੁੱਕੀ ਫਿਰਾਂਗੇ ਤਾਂ ਅਸੀਂ ਚੱਲ ਨਹੀਂ ਸਕਾਂਗੇ। ਇੱਕ ਤਾਂ ਹੈ ਭਾਰ ਸਾਡੇ ਕੋਲੇ ਵੱਧ ਜਾਊਗਾ, ਕਿਉਂਕਿ ਸਮਾਨ ਚੁੱਕਣ ਦਾ ਤਾਂ ਕੋਈ ਸਾਧਨ ਹੈ ਨਹੀਂ ਸੀ ਉਦੋਂ ਉਹਨਾਂ ਜ਼ਮਾਨਿਆਂ 'ਚ। ਜੀ ਦੂਜੀ ਗੱਲ ਕਿ ਕੀਮਤੀ ਚੀਜ਼ਾਂ ਵੇਖ ਕੇ ਡਾਕੂ ਲੁਟੇਰੇ ਲੁੱਟ ਵੀ ਸਕਦੇ ਨੇ ਸਾਨੂੰ, ਤੇ ਨਾਲੇ ਤਾਂ ਸਾਡਾ ਸਰੀਰਕ ਨੁਕਸਾਨ ਹੋ ਸਕਦਾ, ਨਾਲੇ ਸਮਾਨ ਵੀ ਚਲਾ ਜਾਣਾ। ਇਸ ਕਰਕੇ ਆਪਾਂ ਇਹਨਾਂ ਚੀਜ਼ਾਂ ਦਾ ਕੋਈ ਲਾਲਚ ਨਹੀਂ ਕਰਨਾ। ਤੈਨੂੰ ਜਿਹੜੀ ਚੀਜ਼ ਚਾਹੀਦੀ ਹੈ ਮੈਂ ਆਪਣੇ ਵਾਪਸ ਤਲਵੰਡੀ ਜਾ ਕੇ ਜਿਹੜਾ ਕੁਝ ਤੂੰ ਚਾਹੇਗਾ ਤੈਨੂੰ ਦੇ ਦੇਵਾਂਗਾ। ਇਹ ਤਾਂ ਗੱਲ ਸੀ ਵਾਜਬ ਬਣਦੀ। ਜੀ ਪਰ ਇਸ ਤਰ੍ਹਾਂ ਦੀਆਂ ਗੱਲਾਂ ਦੀ ਥਾਂ ਤੇ ਭਾਈ ਮਰਦਾਨਾ ਨੂੰ ਕਿਤੇ ਲਾਲਚੀ, ਕਿਤੇ ਅਣਜਾਣ ਬਹੁਤ ਕੁਝ ਦਿਖਾ ਦਿੱਤਾ, ਤੇ ਇੱਥੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਵੀ ਉਚਾਰਨ ਕਰ ਦਿੱਤਾ, ਜਿਵੇਂ ਕਿ ਇੱਥੇ ਲਿਖਿਆ ਸਾਖੀ 'ਚ। ਪਰ ਅਣਜਾਣਪੁਣਾ ਜਨਮ ਸਾਖੀ ਵਾਲੇ ਦਾ ਇਉਂ ਪਤਾ ਲੱਗਦਾ ਹੈ, ਸ਼ਬਦ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦਾ, ਜੀ ਤੇ ਇੱਥੇ ਲਿਖ ਰੱਖਿਆ ਉਹ ਗੁਰੂ ਨਾਨਕ ਸਾਹਿਬ ਦੇ ਨਾਲ, ਕਿ ਗੁਰੂ ਨਾਨਕ ਸਾਹਿਬ ਨੇ ਇੱਥੇ ਉਚਾਰਿਆ ਤੇ ਮਰਦਾਨਾ ਜੀ ਨੂੰ ਮੱਤ ਦਿੱਤੀ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਹਾਏ। ਭਾਵ ਕਿ ਮਾਤਾ ਪਿਤਾ ਧੀਆਂ ਪੁੱਤਰਾਂ ਨੂੰ ਪਿਆਰ ਕਰਦੇ ਨੇ, ਕਿ ਉਹਨਾਂ ਨੂੰ ਖਵਾਉਂਦੇ ਪਿਆਉਂਦੇ ਨੇ, ਪਾਲਦੇ ਨੇ। ਇਸੇ ਤਰ੍ਹਾਂ ਮੱਛੀ ਹੈ ਪਾਣੀ 'ਚ ਰਹਿੰਦੀ ਹੈ ਤਾਂ ਹੀ ਉਹਦਾ ਜੀਵਨ ਚੱਲਦਾ। ਅੱਗੇ ਜਾ ਕੇ ਪੰਕਤੀਆਂ ਆਉਂਦੀਆਂ ਨੇ ਕਿ ਸਿੱਖ ਨੇ, ਸੇਵਕ ਨੇ ਪ੍ਰਭੂ ਪਰਮਾਤਮਾ ਨੂੰ ਸਦਾ ਯਾਦ ਰੱਖਣਾ। ਇਹ ਚੌਥੇ ਪਾਤਸ਼ਾਹ ਦਾ ਸ਼ਬਦ ਦੀਆਂ ਪੰਕਤੀਆਂ ਇੱਥੇ ਸਾਖੀਕਾਰ ਨੇ ਦਿੱਤੀਆਂ ਹੋਈਆਂ ਨੇ। ਭਾਵ ਕਿ ਸਾਖੀਕਾਰ ਨੂੰ ਇਹ ਵੀ ਨਹੀਂ ਪਤਾ ਕਿ ਇਹ ਸ਼ਬਦ ਕਿਹਦਾ ਉਚਾਰਨ ਕੀਤਾ ਹੋਇਆ। ਇਸ ਤਰ੍ਹਾਂ ਦਾ ਅਣਜਾਣਪਣਾ ਸਿੱਖਾਂ ਦੇ ਵਿੱਚ ਉਹਨਾਂ ਨੇ ਦਾਖਲ ਕੀਤਾ ਹੋਇਆ। ਜੀ ਬਿਲਕੁਲ ਠੀਕ ਹੈ ਜੀ। ਇਹ ਸਰੋਤੇ ਜ਼ਰੂਰ ਖਿਆਲ ਕਰਨ। ਕਈ ਵਾਰੀ ਗੁਰਬਾਣੀ ਦਾ ਜਿਹੜਾ ਕੰਸਰਨ ਹੁੰਦਾ, ਕਈ ਵਾਰੀ ਸਰੋਤੇ ਵੀ ਜਿਹੜੇ ਹੈਗੇ ਉਹ ਸੂਝਵਾਨ ਵੀ ਹੁੰਦੇ ਆ। ਜਿਵੇਂ ਅਕਸਰ ਇੱਕ ਗੱਲ ਵੀ ਸਾਡੇ ਹੋਰ ਸਾਹਮਣੇ ਆਉਂਦੀ ਗੁਰਬਾਣੀ ਦੇ ਵਿੱਚੋਂ, ਮੇਰੇ ਨਾਲ ਖੁਦ ਨਾਲ ਵੀ ਇੱਕ ਵਾਕਿਆ ਜਿਹੜਾ ਹੋਇਆ ਮੈਂ ਸਰੋਤਿਆਂ ਦੇ ਵਿੱਚ ਰੱਖ ਦਿੰਨਾ। ਇੱਕ ਦਿਨ ਕਿਤੇ ਵਿਚਾਰ ਕਰਨ ਤੋਂ ਬਾਅਦ ਜਦੋਂ ਮੈਂ ਉੱਠਿਆ ਤਾਂ ਮੈਨੂੰ ਸਵਾਲ ਕੀਤਾ ਗਿਆ ਇੱਕ ਨਿਹੰਗ ਵੱਲੋਂ, ਕਹਿੰਦਾ ਕਿ ਜਿਹੜੀ ਤੁਸੀਂ ਸਾਖੀ ਸੁਣਾ ਕੇ ਆਏ ਆ ਇਹ ਤਾਂ ਗਲਤ ਹੈ। ਤਾਂ ਉਹਦੇ ਵਿੱਚ ਇੰਨਾ ਕੰਸਰਨ ਸੀ ਕਿ ਜਿਹੜੀ ਬੀਬੀ ਅਮਰੋ ਹੈ ਉਹਨੇ ਉੱਥੇ ਸੁਖਮਨੀ ਸਾਹਿਬ ਦਾ ਪਾਠ ਕਰ ਰਹੀ ਸੀ। ਉਹ ਵੀ ਬਾਬਾ ਅਮਰਦਾਸ ਨੇ ਜਦੋਂ ਉਹਨਾਂ ਨੂੰ ਸਵਾਲ ਕੀਤੇ ਵੀ ਇਹ ਬਾਣੀ ਕਿਹਦੀ ਹੈ, ਤਾਂ ਉਹ ਜਿਹੜੀ ਬਾਣੀ ਉੱਥੇ ਗਾ ਰਹੀ ਸੀ ਕਹਿੰਦੇ ਮਾਰੂ ਰਾਗ ਦਾ ਉਹ 990 ਵਾਲਾ ਸ਼ਬਦ ਨਹੀਂ ਸੀ, ਉਹ ਸੀ ਸੁਖਮਨੀ ਸਾਹਿਬ। ਤੇ ਹੁਣ ਤੁਸੀਂ ਸੋਚ ਕੇ ਵੇਖੋ ਵੀ ਉਹਨਾਂ ਲੋਕਾਂ ਦੇ ਵਿੱਚ ਜਦੋਂ ਫੈਲਾਈਆਂ ਜਾਂਦੀਆਂ ਸਾਖੀਆਂ, ਸਮਝ ਗਏ ਹੋਣਗੇ ਸਰੋਤਿਓ ਵੀ ਪੰਜਵੇਂ ਪਾਤਸ਼ਾਹ ਦੀ ਰਚਨਾ ਜਿਹੜੀ ਉਹ ਬੀਬੀ ਅਮਰੋ ਹੈ ਉਹ ਕਿੱਦਾਂ ਗਾ ਸਕਦੀ ਹੈ, ਹਲੇ ਕਿੱਥੇ ਇਤਿਹਾਸ ਫਿਰਦਾ ਹੈ, ਕਿੱਧਰ ਨੂੰ ਲੈ ਕੇ ਜਾਂਦੇ ਆ, ਕਿਸ ਤਰੀਕੇ ਦੇ ਨਾਲ ਸਾਡੀ ਸੋਚ ਬਣ ਜਾਂਦੀ। ਕਈ ਵਾਰੀ ਸਵਾਲ ਰੱਖਣ ਵਾਲੇ ਜਾਂ ਲਿਖਣ ਵਾਲੇ ਜਿਹੜੇ ਲਿਖਾਰੀ ਹੋਣਗੇ ਉਹ ਕਿਸ ਪੈਮਾਨੇ ਤੇ, ਕਿਸ ਸਦਰ ਤੇ ਬੈਠੇ ਹੋਣਗੇ ਜਿਹੜਾ ਉਹ ਕੰਮ ਕਰਕੇ ਗਏ ਆ, ਇਹਨੂੰ ਜ਼ਰੂਰ ਧਿਆਨ ਗੋਚਰੇ ਰੱਖਣ ਦੀ ਲੋੜ ਆ। ਹਾਂਜੀ ਬਾਪੂ ਜੀ, ਇਹ ਤਾਂ ਸਾਬਿਤ ਹੁੰਦਾ ਵੀ ਉਹਨਾਂ ਦਾ ਜੀਵਨ ਬੜਾ ਉੱਚਾ ਸੁੱਚਾ ਬੀਬੀ ਕਰੈਕਟਰ ਆਪਾਂ ਸਮਝੀਏ ਕਿ ਮਰਦਾਨਾ ਜੀ ਨੇ ਗੁਰੂ ਪਾਤਸ਼ਾਹ ਦਾ ਸਾਥ ਦਿੱਤਾ। ਵੱਡੀ ਗੱਲ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਲੇਖੇ ਲਾਉਣ ਵਾਲੀ ਗੱਲ ਕੀਤੀ ਹੈ ਕਿ ਬਾਬੇ ਦੇ ਨਾਲ ਹਰ ਥਾਂ ਦੇ ਵਿੱਚ ਉਹਨਾਂ ਦਾ ਡਟ ਕੇ ਸਾਥ ਦੇਣਾ ਤੇ ਨਾਲੇ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਖੜਨਾ। ਪਰ ਦੂਸਰੀ ਗੱਲ ਜਿਹੜੀ ਹੈਗੀ ਆ, ਆਪਾਂ ਜਦੋਂ ਗੁਰੂ ਪਾਤਸ਼ਾਹ ਦੇ ਜੀਵਨ ਵਿੱਚੋਂ ਪੜ੍ਹਦੇ ਆ ਕਿ ਉਹ ਤਲੰਬੇ ਦੀ ਧਰਤੀ ਤੇ ਪਹੁੰਚਦੇ ਆ, ਜਿੱਥੇ ਉਹਨਾਂ ਦੇ ਨਾਲ ਇੱਕ ਸ਼ਬਦ ਜੋੜਿਆ ਜਾਂਦਾ ਕਿ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਿਸਨ। ਇਹ ਜਿਹੜਾ ਸ਼ਬਦ ਸੂਈ ਰਾਗ ਦਾ ਮੇਰਾ ਖਿਆਲ ਜੇ ਮੈਂ ਨਾ ਭੁੱਲਦਾ ਹਾਂ ਆਪਾਂ ਪੜ੍ਹਦੇ ਹਾਂ, ਤੇ ਉਸ ਸ਼ਬਦ ਦੇ ਰਾਹੀਂ ਇੱਕ ਸਾਖੀ ਜਿਹੜੀ ਸਾਡੇ ਤੱਕ ਪਹੁੰਚਾਈ ਜਾਂਦੀ ਹੈ ਕਿ ਸੱਜਣ ਠੱਗ ਨੂੰ ਸੰਬੋਧਿਤ ਹੋ ਕੇ ਗੁਰੂ ਪਾਤਸ਼ਾਹ ਨੇ ਸ਼ਬਦ ਪੜ੍ਹਿਆ ਸੀ। ਔਰ ਉਹ ਸੱਜਣ ਜਿਹੜਾ ਸੀ ਉਹ ਨਾਮ ਦਾ ਸੱਜਣ ਸੀ, ਪਰ ਉਹ ਠੱਗੀਆਂ ਠੋਰੀਆਂ ਕਰਦਾ ਸੀ। ਧਰਮ ਦੇ ਨਾਮ ਤੇ ਉਹਨੇ ਲੰਬਾ ਚੋਲਾ ਪਾਇਆ ਹੋਇਆ ਸੀ ਤੇ ਲੋਕਾਂ ਨੂੰ ਰਾਤ ਬਰਾਤੇ ਸਰਾਂ ਦੇ ਵਿੱਚ ਆਪਣੀ ਚ ਰੱਖ ਕੇ ਉਹਨਾਂ ਦੀ ਖੂਬ ਪੂਜਾ ਕਰਦਾ ਤੇ ਰਾਤੀ ਲੁੱਟ ਲੈਂਦਾ। ਤੇ ਉਹਨੇ ਇੱਕ ਖੂਹ ਵੀ ਬਣਾਇਆ ਹੋਇਆ ਸੀ ਜਿਹਦੇ ਵਿੱਚ ਉਹ ਮਾਰ ਕੇ ਸੁੱਟ ਵੀ ਦਿੰਦਾ ਸੀ। ਜਦੋਂ ਕਿਤੇ ਸਾਧਾਂ ਦੇ ਮੂੰਹੋਂ ਇਹ ਕਹਾਣੀਆਂ ਸੁਣੀ ਦੀਆਂ
ਤਾਂ ਉਹ ਕਿਸੇ ਹੋਰ ਢੰਗ ਨਾਲ ਚਮਤਕਾਰੀ ਜੀਆਂ ਗੱਲਾਂ ਕਰਕੇ ਵੀ ਬਾਬੇ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਜਦੋਂ ਸਾਹਮਣੇ ਲਿਆ ਕੇ ਪਰੌਂਠੇ ਰੱਖੇ ਗਏ ਤੇ ਮਰਦਾਨਾ ਜੀ ਦੀਆਂ ਉੱਥੇ ਵੀ ਲਾਲਾਂ ਡਿੱਗਦੀਆਂ, ਕਹਿੰਦੇ ਕਿ ਉਹਨਾਂ ਨੇ ਇਉਂ ਮਤਲਬ ਪਰੌਂਠਿਆਂ ਵੱਲ ਨੂੰ ਵੇਖਿਆ ਤੇ ਮਰਦਾਨਾ ਜੀ ਖਾਇਓ ਨਾ, ਇਹਦੇ ਵਿੱਚ ਜ਼ਹਿਰ ਹੈ। ਉਹਨਾਂ ਨੇ ਬੜਾ ਮਸਾਲਾ ਲਾ ਕੇ ਸੁਣਾਇਆ। ਹਾਂਜੀ ਬਾਪੂ ਜੀ, ਇਸ ਕਹਾਣੀ ਦਾ ਜਿਹੜਾ ਸੱਚ ਹੈ ਉਹਨੂੰ ਗੁਰਬਾਣੀ ਆਸ਼ੇ ਅਨੁਸਾਰ ਅਸੀਂ ਕਿਸ ਤਰ੍ਹਾਂ ਦੇਖਦੇ ਹਾਂ ਜੀ? ਇੱਥੇ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਗੁਰੂ ਨਾਨਕ ਸਾਹਿਬ ਉਹਨਾਂ ਪ੍ਰਮੁੱਖ ਥਾਵਾਂ ਤੇ ਗਏ ਜਿੱਥਿਆਂ ਦੀ ਕੁਛ ਨਾ ਕੁਛ ਪਹਿਲਾਂ ਮਸ਼ਹੂਰੀ ਸੀ, ਲੋਕਾਂ ਤੋਂ ਸੁਣਿਆ ਹੋਇਆ ਸੀ ਕਿ ਇੱਥੇ ਕੋਈ ਖਾਸ ਕਿਸਮ ਦਾ ਇਨਸਾਨ ਰਹਿੰਦਾ ਜੀ। ਆਮ ਲੋਕਾਂ ਨੂੰ ਸੰਬੋਧਨ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਘੱਟ ਤੋਂ ਘੱਟ ਕੀਤਾ ਹੋਵੇਗਾ, ਕਿਉਂਕਿ ਆਮ ਲੋਕਾਂ ਦੀ ਸਮਝ ਇੰਨੀ ਨਹੀਂ ਸੀ ਕਿ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਉਹਨਾਂ ਦੇ ਪੱਲੇ ਪੈ ਸਕਣ। ਉਹ ਤਾਂ ਲੋਕੀ ਜਿਹੜੇ ਵਿਚਾਰੇ ਇੰਨੇ ਛੋਟੀ ਸੋਚ ਦੇ ਮਾਲਕ ਸੀ ਕਿ ਉਹ ਸਾਧਾਂ ਦੀਆਂ ਝੂਠੀਆਂ ਕਰਾਮਾਤੀ ਕਹਾਣੀਆਂ ਨੂੰ ਤਾਂ ਉਹ ਝੂਮ ਕੇ ਸੁਣੀ ਜਾਂਦੇ ਸੀ, ਪਰ ਜਿਹੜੀ ਸੱਚਾਈ ਦੇ ਨੇੜੇ ਤੇੜੇ ਗੱਲ ਹੈ ਉਹ ਪਹਿਲੀ ਗੱਲ ਤਾਂ ਸੁਣਨ ਦਾ ਸੁਭਾਅ ਨਹੀਂ ਸੀ ਤੇ ਫਿਰ ਉਹਨਾਂ ਦੇ ਸਮਝ ਨਹੀਂ ਸੀ ਆਉਂਦੀ ਜੀ। ਹੁਣ ਇਹ ਜਿਹੜੇ ਲੋਕ ਸੀ ਸੱਜਣ ਠੱਗ ਵਰਗੇ ਤੇ ਹੋਰ, ਇਹ ਸੀ ਆਮ ਲੋਕਾਂ ਦੇ ਵਿੱਚੋਂ ਉੱਪਰ ਉੱਠੇ ਹੋਏ ਅਕਲਮੰਦ ਸੀ, ਪਰ ਅਕਲ ਦੀ ਦੁਰਵਰਤੋਂ ਕਰ ਰਹੇ ਸੀ ਇਹ ਜਿਹੇ ਲੋਕ ਜੀ। ਇਹਨਾਂ ਦੀ ਚਰਚਾ ਆਲੇ ਦੁਆਲੇ ਆਮ ਤੌਰ ਤੇ ਹੁੰਦੀ ਹੈ, ਚਾਹੇ ਚੰਗੇ ਢੰਗ ਨਾਲ ਚਾਹੇ ਮਾੜੇ ਢੰਗ ਨਾਲ। ਐਂ ਕਹਿੰਦੇ ਨੇ ਹਾਂ ਜੀ ਉੱਥੇ ਇੱਕ ਬੰਦਾ ਰਹਿੰਦਾ ਹੈ, ਉਹ ਇਦਾਂ ਕਰਦਾ ਹੈ, ਉਹਦੇ ਕੋਲੇ ਲੋਕੀ ਆਉਂਦੇ ਨੇ, ਰਾਤਾਂ ਕੱਟਦੇ ਨੇ, ਭੋਜਨ ਪ੍ਰਸ਼ਾਦਾ ਛਕਦੇ ਨੇ, ਬਹੁਤਿਆਂ ਦੀ ਸੇਵਾ ਕਰਦਾ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਜਿੱਥੇ ਗੁਰੂ ਸਾਹਿਬ ਨੇ ਸੁਣੀਆਂ ਉਹਨਾਂ ਲੋਕਾਂ ਕੋਲੇ ਪਹੁੰਚੇ। ਤੁਸੀਂ ਜਿਹੜੇ ਸਾਖੀਆਂ 'ਚ ਦੇਖਦੇ ਹੋ ਤੇ ਉਹ ਕਿਤੇ ਰਾਜਿਆਂ ਨੂੰ, ਨਵਾਬਾਂ ਨੂੰ, ਚੌਧਰੀਆਂ ਨੂੰ ਤੇ ਜਾਂ ਫਿਰ ਵੱਡੇ ਵੱਡੇ ਪੁਜਾਰੀਆਂ ਨੂੰ, ਮੱਕੇ ਮਦੀਨੇ ਵਾਲਿਆਂ ਨੂੰ, ਕਿੰਨੇ ਉਹਨਾਂ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜ਼ਿਆਦਾ ਮਿਲਦੇ ਨੇ ਜਿਹੜੇ ਆਮ ਲੋਕਾਂ ਨਾਲੋਂ ਵੱਡੇ ਦਰਜੇ ਤੇ ਨੇ, ਤਾਂ ਕਿ ਇਹ ਜੇ ਵੱਡਿਆਂ ਨੂੰ ਥੋੜ੍ਹਾ ਨੂੰ ਸਮਝਾ ਲਈਏ ਨਾ ਤਾਂ ਬਾਕੀ ਲੋਕ ਤਾਂ ਵਿਚਾਰੇ ਝਟਪਟ ਮਗਰ ਲੱਗਣ ਵਾਲੇ ਹੁੰਦੇ ਨੇ। ਬਿਲਕੁਲ। ਤਾਂ ਇੱਥੇ ਜਦੋਂ ਗੁਰੂ ਨਾਨਕ ਸਾਹਿਬ ਗਏ ਨੇ ਸੱਜਣ ਕੋਲੇ, ਇਹਦਾ ਨਾਮ ਹੁਣ ਕਿਉਂਕਿ ਗੁਰਬਾਣੀ ਦੇ ਵਿੱਚ ਸੱਜਣ ਆਇਆ ਤੇ ਉਹ ਸੱਜਣ ਦਾ ਮਤਲਬ ਤਾਂ ਹੁੰਦਾ ਸੰਗੀ, ਸਾਥੀ, ਦੋਸਤ, ਮਿੱਤਰ, ਪਿਆਰ ਵਾਲਾ, ਉਹਨੂੰ ਆਪਾਂ ਸੱਜਣ ਕਹਿੰਦੇ ਆ ਜੀ। ਪਰ ਕਿਉਂਕਿ ਹੋਰ ਨਾਮ ਆਪਾਂ ਨੂੰ ਇਹਦਾ ਪਤਾ ਨਹੀਂ, ਜੋ ਸਾਖੀ 'ਚ ਆਇਆ ਆਪਾਂ ਨੂੰ ਤਾਂ ਉਹੀ ਲੈਣਾ ਪੈਣਾ ਜੀ। ਇੱਥੇ ਗੁਰੂ ਨਾਨਕ ਸਾਹਿਬ ਇਹ ਕਹਿ ਲਈਏ ਕਿ ਉੱਥੇ ਉਹਦੇ ਕੋਲ ਹੋਰ ਵੀ ਬੰਦੇ ਆਉਂਦੇ ਹੋਣਗੇ। ਇਹਨੇ ਆਪਣਾ ਪਹਿਰਾਵਾ ਧਾਰਮਿਕ ਪਹਿਰਾਇਆ ਪਹਿਨਿਆ ਹੋਇਆ ਸੀ ਤੇ ਧਰਮ ਸਥਾਨ ਬਣਾਏ ਹੋਏ ਸੀ ਤੇ ਧਰਮ ਸਥਾਨ ਦੇ ਕਾਰਨ ਲੋਕੀ ਇਹਨੂੰ ਧਰਮੀ ਸਮਝਦੇ ਸਨ। ਤੇ ਹੋ ਸਕਦਾ ਜਿਹੜਾ ਉਹਨਾਂ ਜ਼ਮਾਨਿਆਂ 'ਚ ਕੋਈ ਧਰਮ ਦੇ ਗੀਤ ਵਗੈਰਾ ਹੋਣਗੇ ਉਹ ਵੀ ਇਹ ਗਾਉਂਦਾ ਹੋਵੇ, ਲੋਕਾਂ ਨੂੰ ਸੁਣਾਉਂਦਾ ਹੋਵੇ, ਖੁਸ਼ ਕਰਦਾ ਹੋਵੇ, ਕੋਈ ਸਾਜ਼ ਵਜਾਉਂਦਾ ਹੋਵੇ ਜੀ। ਇਸ ਤਰ੍ਹਾਂ ਇਲਾਕੇ 'ਚ ਇਹਦਾ ਪ੍ਰਭਾਵ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗ ਗਿਆ। ਹੁਣ ਇੱਥੇ ਜਿਹੜੀ ਆਪਾਂ ਦੂਜਾ ਜਿਹੜਾ ਪੱਖ ਹੈ ਇਹਦਾ ਰੱਖਣ ਤੋਂ ਉੱਜਲ ਕਹਾਂ ਚਿਲਕਣਾ, ਆਪਾਂ ਜਿਹੜਾ ਸ਼ਬਦ ਲੈਣ ਤੋਂ ਪਹਿਲਾਂ ਹਾਂਜੀ ਇੱਥੇ ਇਹ ਧਿਆਨ ਮਾਰੀਏ ਕਿ ਅੱਜ ਸੱਜਣ ਠੱਗ ਨਾਲੋਂ ਵੀ ਕਿਤੇ ਖਤਰਨਾਕ ਠੱਗ ਸਾਡੇ ਧਰਮ ਸਥਾਨਾਂ 'ਚ ਨਹੀਂ ਬੈਠੇ। ਉਹਨਾਂ ਵੱਲ ਸਾਡਾ ਧਿਆਨ ਕਦੋਂ ਜਾਊਗਾ ਕਿ ਸੱਜਣ ਦਾ ਹੀ ਰੋਣਾ ਰੋਈ ਜਾਵਾਂਗੇ ਸਦੀਆਂ ਤੋਂ, 500 550 ਸਾਲ ਤੋਂ ਸੱਜਣ ਨੂੰ ਤਾਂ ਲਾਹਣਤਾਂ ਪਾਈ ਜਾਂਦੇ ਆ ਕਿ ਉਹ ਠੱਗ ਸੀ, ਉਹ ਲੋਕਾਂ ਨੂੰ ਮਾਰ ਦਿੰਦਾ ਸੀ, ਐਂ ਕਰਦਾ ਸੀ। ਅੱਜ ਵੀ ਲਗਭਗ ਉਦੋਂ ਕਿਤੇ ਵੱਧ ਗਿਣਤੀ ਦੇ ਵਿੱਚ, ਉਦੋਂ ਕਿਤੇ ਖਤਰਨਾਕ ਸਾਜ਼ਿਸ਼ੀ ਲੋਕ ਧਰਮ ਸਥਾਨਾਂ 'ਚ ਬੈਠੇ ਹੋਏ ਨੇ ਜਿਹੜੇ ਸਾਨੂੰ ਬਹੁਤ ਹੱਦ ਤੱਕ ਲੁੱਟ ਰਹੇ ਨੇ, ਕੁਰਾਹੇ ਪਾ ਰਹੇ ਨੇ ਤੇ ਕਈ ਵਾਰੀ ਤਾਂ ਕਤਲ ਤੱਕ ਹੁੰਦੇ ਨੇ। ਮੈਂ ਇੱਕ ਵਾਰੀ 1900 ਤਕਰੀਬਨ 90 ਤੋਂ ਲੈ ਕੇ 93 94 ਤੱਕ ਮੈਂ ਚੰਡੀਗੜ੍ਹ ਨੌਕਰੀ ਕਰਦਾ ਸੀ। ਉੱਥੇ ਕਿਉਂਕਿ ਬੁਲਾਰਾ ਹੋਣ ਕਰਕੇ ਆਪਣੇ ਸੰਗੀਆਂ ਸਾਥੀਆਂ ਨੂੰ ਮੈਂ ਕਿਹਾ ਕਿ ਮੈਨੂੰ ਗੁਰਦੁਆਰਿਆਂ 'ਚ ਇੱਥੇ ਐਤਵਾਰ ਨੂੰ ਜਾਂ ਹੋਰਨਾਂ ਦਿਨਾਂ 'ਚ ਕਥਾ ਦਾ ਟਾਈਮ ਦਿਆ ਕਰੋ ਜੀ। ਉਹਨਾਂ ਨੇ ਕੁਝ ਮੈਨੂੰ ਟਾਈਮ ਦਿਵਾਉਣਾ ਸ਼ੁਰੂ ਕੀਤਾ। ਮੈਂ ਕਿਤੇ 1-2 ਵਾਰੀ ਕਥਾ ਕਰਨੀ ਤੇ ਪ੍ਰਬੰਧਕਾਂ ਨੇ ਮੈਨੂੰ ਕਹਿ ਦੇਣਾ ਗਿਆਨੀ ਜੀ ਇਹ ਫਿੱਟ ਨਹੀਂ, ਸਾਨੂੰ ਤੁਸੀਂ ਰਹਿਣ ਦਿਓ, ਕੱਲ ਨੂੰ ਸਾਡੇ ਗੁਰਦੁਆਰੇ 'ਚ ਫਿਰ ਨਾ ਆਇਓ ਜੀ। ਅਖੀਰ 'ਚ ਉੱਥੋਂ ਦੇ ਜਿਹੜੇ ਚੰਗੇ ਪੜ੍ਹੇ ਲਿਖੇ ਮੇਰੇ ਹਮਾਇਤੀ ਭਰਾ ਸੀ, ਮੈਂ ਉਹਨਾਂ ਦੀ ਇੱਕ ਮੀਟਿੰਗ ਦੇ ਵਿੱਚ ਇਹ ਸਵਾਲ ਰੱਖਿਆ। ਮੈਂ ਕਿਹਾ ਵੀ ਇੱਥੇ ਇਹ ਲੋਕ ਪਸੰਦ ਕਿਉਂ ਨਹੀਂ ਕਰਦੇ? ਤਾਂ ਚੰਡੀਗੜ੍ਹ 'ਚ ਪੜ੍ਹਿਆ ਲਿਖਿਆ ਤਬਕਾ ਬਹੁਤ ਹੈ, ਗੁਰਦੁਆਰਿਆਂ ਦੇ ਵਿੱਚ ਇਹਨਾਂ ਦਾ ਹੀ ਕਬਜ਼ਾ ਹੈ, ਪਰ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਹ ਮੇਰੀ ਗੱਲ ਪਸੰਦ ਕਿਉਂ ਨਹੀਂ ਕਰਦੇ? ਮੈਂ ਗਲਤ ਕੀ ਕਰ ਰਿਹਾ ਜੀ? ਉਹ ਮੈਨੂੰ ਕਹਿਣ ਲੱਗੇ ਵੀਰ ਮੇਰਿਆ, ਸੱਚ ਇਹ ਹੈ ਕਿ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ 'ਚ, ਪੜ੍ਹੇ ਲਿਖਿਆਂ ਦੇ ਸ਼ਹਿਰ ਦੇ ਵਿੱਚ ਬਹੁਤੇ ਗੁਰਦੁਆਰੇ 'ਚ ਰਿਟਾਇਰ ਮਿਲਟਰੀ ਅਫਸਰ, ਰਿਟਾਇਰ ਪੁਲਿਸ ਅਫਸਰ, ਰਿਟਾਇਰ IAS ਅਫਸਰ, PCS ਅਫਸਰ, ਉਹ ਸਾਰੇ ਕਾਬਜ ਨੇ ਤੇ ਉਹਨਾਂ ਨੇ ਇਹਨੂੰ ਆਪਣੇ ਕਮਾਈ ਦੇ ਸਾਧਨ ਅਤੇ ਲੀਡਰੀ ਦੇ ਸਾਧਨ ਤੇ ਸਿੱਖਾਂ ਦਾ ਬੇੜਾ ਗਰਕ ਕਰਨ ਦੇ ਸਾਧਨਾਂ ਦੇ ਤੌਰ ਤੇ ਉਹ ਗੁਰਦੁਆਰਿਆਂ ਨੂੰ ਵਰਤ ਰਹੇ ਨੇ। ਇੱਥੇ ਜਿਹੜੇ ਉਹਨਾਂ ਦੇ ਰੱਖੇ ਹੋਏ ਭਾਈ ਜੀ ਨੇ ਉਹਨਾਂ ਦੀ ਜ਼ਬਾਨ ਬੰਦ ਹੈ, ਉਹਨਾਂ ਕੋਲੇ ਨਾ ਇੰਨੀ ਯੋਗਤਾ ਹੈ
ਇਹ ਨਹੀਂ ਚਾਹੁੰਦੇ ਕਿ ਸਿੱਖੀ ਵਧੇ ਫੁੱਲੇ। ਸਾਰਾ ਹੀ ਰਿਟਾਇਰ ਸਰਕਾਰੀ ਤੰਤਰ, ਇਹਨਾਂ ਸਾਰੇ ਗੁਰਦੁਆਰਿਆਂ 'ਚ ਕਿਤੇ ਪ੍ਰਧਾਨ ਕਿਤੇ ਸਕੱਤਰ, ਇਹ ਸਾਰੇ ਉਹ ਲੋਕ ਕਾਬਜ ਨੇ ਜਿਹੜੇ ਏਡੇ ਵੱਡੇ ਸਾਡੀ ਰਾਜਧਾਨੀ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਹੈ, ਤੇ ਬਾਕੀ ਪਿੰਡਾਂ ਦਾ ਤੇ ਬਾਕੀ ਹੋਰ ਸ਼ਹਿਰਾਂ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਬਿਲਕੁਲ। ਤਾਂ ਇੱਥੇ ਜਿਹੜਾ ਇਹ ਸ਼ਬਦ ਹੈ, ਇਹ ਸਾਰੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਉੱਜਲ ਕਾਇਹਾਂ ਚਿਲਕਣਾ ਘੋਟਮ ਕਾਲੜੀ ਮਸ ਧੋਤਿਆਂ ਜੂਪ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ ਚਾਕਰੀਆਂ ਚੰਗਿਆਈਆਂ। ਇਹ ਸਾਰਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਮ ਇਨਸਾਨ ਦੀ ਮਾਨਸਿਕ ਅਵਸਥਾ, ਉਹਦੇ ਰੋਜ਼ਾਨਾ ਦੇ ਕਿਰਤ ਵਿਹਾਰ ਆਦਿਕ ਉਹਨਾਂ ਸਾਰਿਆਂ ਨੂੰ ਬਿਆਨ ਕੀਤਾ ਕਿ ਤੁਸੀਂ ਜਿਹੜਾ ਕੁਝ ਵੀ ਕਰ ਰਹੇ ਹੋ ਇਹਦੀ ਆਊਟਪੁੱਟ ਕੀ ਹੈ, ਇਹਦੀ ਪ੍ਰਾਪਤੀ ਕੀ ਹੈ, ਲੋਕਾਂ ਨੂੰ ਤੁਸੀਂ ਕੀ ਦੇ ਰਹੇ ਹੋ। ਇਹ ਚੀਜ਼ਾਂ ਜਿਹੜੀਆਂ ਸੱਜਣ ਵਰਗਿਆਂ ਨਾਲ ਉਹਨਾਂ ਨੇ ਸਾਂਝੀਆਂ ਕੀਤੀਆਂ ਤੇ ਉਹਨਾਂ ਦੇ ਹੋਸ਼ ਟਿਕਾਣੇ ਆਏ। ਪਰ ਧੰਨ ਹੈ ਉਹ ਸੱਜਣ ਜਿਹੜਾ ਸੱਚਮੁੱਚੀ ਬਾਅਦ ਚ ਸੱਜਣ ਬਣ ਗਿਆ। ਪਰ ਅੱਜ ਦੇ ਲੋਕ ਇਹ ਸੱਜਣ ਕਦੋਂ ਬਣਨਗੇ? ਆ ਹੁਣ ਦੀ ਤਾਜ਼ੀ ਗੱਲ ਹੈ ਜੀ। ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਟੀਵੀ ਦੇ ਅੱਗੇ ਆ ਕੇ ਕਹਿ ਰਿਹਾ ਸੀ ਕਿ ਸਰਕਾਰ ਸਾਨੂੰ 40 ਕਰੋੜ ਰੁਪਈਆ ਦੇਵੇ ਤਾਂ ਸਾਡੇ ਗੁਰਦੁਆਰੇ ਚੱਲਣਗੇ, ਤਾਂ ਸਾਡੇ ਜਿਹੜੇ ਵਿੱਦਿਆ ਦੇ ਅਦਾਰੇ ਸਕੂਲ ਵਗੈਰਾ ਚੱਲਣਗੇ, ਨਹੀਂ ਤਾਂ ਸਾਰੇ ਖਾਤਮੇ ਦੇ ਨੇੜੇ ਹੋਏ ਪਏ ਨੇ। ਬਿਲਕੁਲ। ਤਾਂ ਇਹ ਕੀ ਹੈ ਕਿ ਇਹਦਾ ਮਤਲਬ ਹੈ ਇਹ ਕਮਾਈ ਦੇ ਸਾਧਨ ਨੇ। ਉਂਝ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 13 ਅਰਬ ਰੁਪਈਆ ਸਾਲਾਨਾ ਬਜਟ ਹੈ। ਜਿਹੜੀ ਇਨਕਮ ਹੈ ਇਹਨਾਂ ਨੂੰ 13 ਅਰਬ ਰੁਪਈਆ ਸਾਲਾਨਾ ਹੈ, ਜਿਹੜੀ 1 ਨੰਬਰ ਦੀ ਕਮਾਈ ਹੈ, ਜਿਹਦੀ ਰਸੀਦ ਕਟਾਈ ਜਾਂਦੀ ਹੈ ਜੀ। ਤੇ ਜਿਹਦੀ ਉਂਝੀ ਲੋਕੀ ਢੇਰੀ ਲਾ ਜਾਂਦੇ ਨੇ, ਸੋਨਾ ਰੱਖ ਜਾਂਦੇ ਨੇ, ਹੋਰ ਬਹੁਤ ਕੁਝ ਅੰਦਰ ਖਾਤੇ ਦੇ ਜਾਂਦੇ ਨੇ, ਉਹ ਗਿਣਤੀ ਮਿਣਤੀ ਤੋਂ ਬਾਹਰ ਹੈ ਜੀ। ਤੇ 40,000 ਕਿੱਲੇ ਜ਼ਮੀਨ ਹੈ ਸ਼੍ਰੋਮਣੀ ਕਮੇਟੀ ਕੋਲੇ, ਜਿਹੜੀ ਕਾਗਜ਼ਾਂ 'ਚ ਰਿਕਾਰਡ ਦੇ ਵਿੱਚ ਮੌਜੂਦ ਹੈ। ਆਪ ਹੀ ਸੋਚ ਲਓ ਕਿ ਜ਼ਮੀਨ ਦੀ ਆਮਦਨ ਅਤੇ 13 ਅਰਬ ਰੁਪਈਆ ਉਹ ਜਿਹੜਾ ਆ ਰਿਹਾ ਹੈ, ਉਹਦਾ ਪੰਜਾਬ ਦੇ ਭਲੇ ਵਾਸਤੇ, ਨੌਜਵਾਨਾਂ ਨੂੰ, ਬੱਚਿਆਂ ਨੂੰ ਵਿੱਦਿਆ ਦੇਣ ਵਾਸਤੇ, ਇਲਾਜ ਵਾਸਤੇ, ਰੁਜ਼ਗਾਰ ਵਾਸਤੇ ਉਹ ਖਰਚ ਨਹੀਂ ਹੋ ਰਿਹਾ। ਤੇ ਅੱਜ ਫਿਰ ਕੀ ਆਖੀਏ, ਉਹ ਸੱਜਣ ਤਾਂ ਵਿਚਾਰਾ ਥੋੜੇ ਬਹੁਤੇ ਮਹੀਨੇ ਦੇ 200 400 500 ਕਮਾਉਂਦਾ ਹੋਣਾ, ਅੱਜ ਤਾਂ ਅਰਬਾਂ ਦੇ ਬਜਟ ਨੇ ਤੇ ਉਹ ਕਿੱਥੇ ਜਾਂਦੇ ਨੇ, ਕੋਈ ਹਿਸਾਬ ਕਿਤਾਬ ਨਹੀਂ ਹੈ। ਬਿਲਕੁਲ ਜੀ, ਇਹ ਤਾਂ ਸੱਚੀ ਗੱਲ ਹੈ। ਉਹ ਕੱਲ ਵੀ ਮੈਂ ਇੱਕ ਕਿਤੋਂ ਵੀਡੀਓ ਦੇਖ ਰਿਹਾ ਸਾਂ, ਉਹਦੇ ਵਿੱਚ ਕਿਹਾ ਗਿਆ ਕਿ ਇੱਕ ਨਵੀਂ ਟਿਊਬ ਪਵਾ ਕੇ ਨਾ ਟਾਇਰ ਨੂੰ, ਤੇ ਉਹਨੇ ਦੂਸਰੀ ਦੁਕਾਨ ਤੇ ਖੜਾ ਕਰ ਦਿੱਤਾ ਆਪਣਾ ਮੋਟਰਸਾਈਕਲ, ਤੇ ਉਹਨੇ ਆਖਿਆ ਵੀ ਜਰਾ ਹਵਾ ਕੱਢ ਕੇ ਉਹਦੀ ਆਖਿਆ ਵੀਰ ਪੈਂਚਰ ਲਗਾ ਦੇ। ਤਾਂ ਅੱਗੋਂ ਜਵਾਬ ਮਿਲਿਆ, ਕਹਿੰਦਾ ਹਾਂ ਕਰ ਦੇਣਾ, ਕਹਿੰਦਾ ਧਿਆਨ ਨਾਲ ਲਗਾਈ, ਮੈਂ ਜਰਾ ਪਾਣੀ ਪੀ ਕੇ ਆ ਰਿਹਾ। ਪਾਣੀ ਪੀਣ ਗਿਆ ਤੇ ਉਹਨੇ ਨਵੀਂ ਟਿਊਬ ਦੇ ਵਿੱਚ 2 ਜਿਹੜੇ ਪੈਂਚਰ ਕੱਢ ਦਿੱਤੇ। ਤਾਂ ਜਵਾਬ ਉਹ ਕਹਿੰਦਾ ਯਾਰ ਵੀ ਮੇਰੇ ਕੋਲ ਤਾਂ ਰਸੀਦ ਹੈ, ਮੈਂ ਪਿਛਲੀ ਦੁਕਾਨ ਤੋਂ ਨਵੀਂ ਪਵਾਈ ਹੈ। ਤਾਂ ਉਹਦਾ ਅੱਗੋਂ ਜਵਾਬ ਸੀ, ਕਹਿੰਦਾ ਖੁਦਾ ਦੇ ਬੰਦੇ ਵੀ ਤੈਨੂੰ ਕੁਛ ਤੇਰੀ ਨੇਕ ਨੀਅਤੀ ਨਾਲ ਕੰਮ ਕਰਨਾ ਚਾਹੀਦਾ ਸੀ, ਜੇ ਨਹੀਂ ਪੈਂਚਰ ਸੀ ਤਾਂ ਨਾ ਦਿਖਾਉਂਦਾ। ਤਾਂ ਉਹਦਾ ਅੱਗੋਂ ਜਵਾਬ ਸੀ, ਬਸ ਸ਼ੁਕਰ ਕਰੋ ਅੱਲਾ ਦਾ ਕਿ ਮੈਂ 2 ਹੀ ਦਿਖਾਏ ਆ, ਵੀ ਤੁਹਾਨੂੰ 4 ਨਹੀਂ ਦਿਖਾਏ। ਇਹ ਜਿਹੜੀਆਂ ਬੇਈਮਾਨੀਆਂ ਸਾਡੇ ਅੰਧਾ ਆਗੂ ਜੇਥੀ ਹੈ ਕਿਉਂ ਪਾਦਰ ਜਾਣਿਆਂ ਦੇ ਹਾਲ ਜਿਹੜੇ ਸਾਡੇ ਹੋਏ ਪਏ ਆ, ਇਹਨਾਂ ਤੋਂ ਕੋਈ ਸੁਰਖਰੂ ਆਸਾਂ ਨਹੀਂ ਹੈਗੀਆਂ। ਸਾਨੂੰ ਬਹੁਤ ਕੁਛ ਕਰਨ ਦੀ ਜ਼ਰੂਰਤ ਹੈ, ਵੱਡੇ ਪੈਮਾਨੇ ਤੇ ਸਾਨੂੰ ਜਿਹੜਾ ਖੜੇ ਹੋਣ ਦੀ ਲੋੜ ਹੈ। ਅੱਗੇ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਜੀ, ਜਿਵੇਂ ਸੱਜਣ ਦੀ, ਸੱਜਣ ਤਾਂ ਖੈਰ ਜਿਵੇਂ ਸੱਜਣ ਬਣ ਗਿਆ, ਪਰ ਸਾਡੇ ਵਰਗੇ ਇਹ ਜਿਹੜੇ ਲੋਕ ਨੇ ਇਹ ਨੇਕ ਨੀਤੀ ਨਾਲ ਆਪਣਾ ਇੱਕ ਹਰ ਥਾਂ ਦੇ ਉੱਪਰ ਜਿਹੜਾ ਉਹ ਆਪਣੇ ਕਹਿੰਦੇ ਆਪਾਂ ਵਿਚਾਰ ਦੇਣ ਦੀ ਬਜਾਏ, ਖੁੱਲ ਕੇ ਗੱਲ ਕਰਨ ਦੀ ਬਜਾਏ ਵੀ ਉੱਥੇ ਕਾਲਾ ਮਾਲਾ ਕਰਨ ਦੀ ਕੋਸ਼ਿਸ਼ ਕਰਦੇ ਆ, ਗੱਲ ਨੂੰ ਗੋਲ ਮੋਲ ਕਰਕੇ ਪਾਸੇ ਨਿਕਲਣ ਦੀ ਕੋਸ਼ਿਸ਼ ਕਰਦੇ ਆ। ਮੈਂ ਬਾਪੂ ਜੀ ਆਪਣੇ ਵੈਸੇ ਵੀ ਸੋਚ ਅਨੁਸਾਰ ਸੋਚਦਾ ਹੁੰਨਾ ਵੀ ਪੁਰਾਣੇ ਸਮੇਂ ਦੇ ਵਿੱਚ ਲੀਡਰਾਂ ਦੀਆਂ ਗੱਲਾਂ, ਲੀਡਰਸ਼ਿਪ ਦੀਆਂ ਗੱਲਾਂ ਬਹੁਤੇ ਪੇਂਡੂ ਲੋਕਾਂ ਤੱਕ ਪਹੁੰਚਦੀਆਂ ਨਹੀਂ ਸਨ, ਤੇ ਉਹ ਫਿਰ ਵੀ ਇੰਨਾ ਸਤਿਕਾਰਯੋਗ ਬਣੇ ਰਹਿੰਦੇ ਸੀ ਵੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਸਾਰੇ ਲੋਕਾਂ ਨੂੰ ਵੀ ਇਹਨੇ ਕੀ ਖਾਧਾ ਹੋਏਗਾ, ਕਿੰਨਾ ਖਾਧਾ ਹੋਏਗਾ। ਪਰ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ, ਇੱਕ ਗੱਲ ਜਿਹੜੀ ਆ ਉਹ ਸਾਰੇ ਥਾਵਾਂ ਦੇ ਉੱਪਰ ਘੁੰਮ ਜਾਂਦੀ ਹੈ। ਪੂਰਾ ਜਿਹੜਾ ਬਾਇਓਗ੍ਰਾਫੀ ਹੈਗੀ ਆ, ਪੂਰਾ ਡਾਟਾਬੇਸ ਹੈਗਾ ਸਾਡਾ, ਉਹ ਸਾਨੂੰ ਗੂਗਲ ਪ੍ਰੋਵਾਈਡ ਕਰ ਦਿੰਦਾ, ਜਾਂ ਕਿਤੇ ਨਾ ਕਿਤੋਂ ਇਨਫੋਰਮੇਸ਼ਨ ਇੱਥੇ ਉੱਥੇ ਜਿਹੜੀ ਆ ਉਹ ਸੋਸ਼ਲ ਮੀਡੀਆ ਰਾਹੀਂ ਪਹੁੰਚਦੀ ਹੈ। ਫਿਰ ਵੀ ਇਹ ਮਤਲਬ ਕਿੰਨੀ ਬੇਸ਼ਰਮੀ ਦੀ ਹੱਦ ਹੋਏਗੀ, ਕੋਈ ਪੈਮਾਨਾ ਨਹੀਂ ਇਸ ਗੱਲ ਦਾ ਮੈਂ ਲਗਾ ਸਕਦਾ ਕਿ ਸਾਡੇ ਲੀਡਰ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਆਪਣੀ ਜਿਹੜੀ ਸ਼ਰਮ ਹਯਾ ਦੇ ਉਹ ਕੱਪੜੇ ਉਤਾਰ ਕੇ ਫਿਰ ਉੱਥੇ ਹੀ ਜਾ ਕੇ ਵੋਟਾਂ ਮੰਗਣ ਖੜੇ ਹੋ ਜਾਂਦੇ ਆ, ਜਾਂ ਉਸੇ ਤਰੀਕੇ ਨਾਲ ਫਤਿਹ ਬੁਲਾਉਂਦੇ ਦਿਖਦੇ ਆ ਵੀ ਪਤਾ ਨਹੀਂ ਅਸੀਂ
ਸਾਰਾ ਕੁਝ ਝੂਠ ਬੋਲ ਕੇ ਵੀ ਅਸੀਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਆ ਜਾਂਦੇ ਆ ਤੇ ਸਰੋਪੇ ਪਾਉਣ ਲੱਗਦੇ ਆ। ਇੱਥੇ ਨਾ ਜਰਾ ਕਿ ਇੱਕ ਹੋਰ ਗੱਲ ਇਹਦੇ ਵਿੱਚ ਮੈਨੂੰ ਯਾਦ ਆ ਗਈ। ਇੱਕ ਜਿਹੜੀ ਫਿਲਮੀ ਕਲਾਕਾਰ ਹੈ ਇੱਕ ਬੀਬੀ ਜਿਹਨੇ ਕਿ ਬਹੁਤ ਗੰਭੀਰ ਕਿਸਮ ਦੇ ਰੋਲ ਜ਼ਿਆਦਾ ਕੀਤੇ ਨੇ, ਸ਼ਬਾਨਾ ਆਜ਼ਮੀ ਉਹਦਾ ਨਾਂ ਹੈ ਜੀ। ਸ਼ਬਾਨਾ ਆਜ਼ਮੀ ਨੇ ਇੱਕ ਥਾਂ ਤੇ ਵੇਸ਼ਵਾਵਾਂ ਦਾ ਰੋਲ ਕਰਨਾ ਸੀ। ਉਹਦੀ ਇੰਟਰਵਿਊ ਦੇ ਵਿੱਚ ਮੈਂ ਪੜ੍ਹਿਆ, ਉਹ ਕਹਿੰਦੀ ਹੈ ਕਿ ਮੈਂ ਵੇਸ਼ਵਾਵਾਂ ਦੇ ਕੋਠਿਆਂ ਤੇ ਜਾ ਕੇ ਉਹਨਾਂ ਦੇ ਜੀਵਨ ਨੂੰ ਨੇੜਿਆਂ ਹੋ ਕੇ ਪਰਖਿਆ, ਉਹਨਾਂ ਨਾਲ ਸਵਾਲ ਜਵਾਬ ਕੀਤੇ ਤਾਂ ਕਿ ਮੈਂ ਉਸ ਰੋਲ ਦੇ ਵਿੱਚ ਅਸਲੀਅਤ ਭਰ ਸਕਾਂ ਜੀ। ਤੇ ਕਹਿੰਦੀ ਜਦੋਂ ਮੈਂ ਉਹਨਾਂ ਨੂੰ ਇੱਕ ਵੇਸ਼ਵਾ ਦੇ ਕਾਫੀ ਸਾਰੀਆਂ ਬੈਠੀਆਂ ਸੀ, ਉਹਨਾਂ ਦੀ ਜਿਹੜੀ ਮੁਖੀ ਸੀ ਉਹਨੂੰ ਮੈਂ ਪੁੱਛਿਆ ਕਿ ਜਦੋਂ ਤੁਹਾਨੂੰ ਕੋਈ ਬੰਦਾ ਤੁਹਾਡਾ ਗਾਹਕ ਇੱਥੋਂ ਬਿਠਾ ਕੇ ਆਪਣੀ ਗੱਡੀ ਵਿੱਚ ਤੁਹਾਨੂੰ ਕਿਤੇ ਹੋਰ ਲੈ ਕੇ ਜਾਂਦਾ ਹੈ, ਤੁਹਾਨੂੰ ਡਰ ਨਹੀਂ ਲੱਗਦਾ ਜੀ? ਕਹਿੰਦੀ ਉਹ ਵੇਸ਼ਵਾ ਦਾ ਜਵਾਬ ਸੀ ਕਿ ਬੀਬੀ ਜਿਹੜੀਆਂ ਗੱਲਾਂ ਤੋਂ ਔਰਤਾਂ ਨੂੰ ਡਰ ਲੱਗਦਾ ਹੁੰਦਾ ਉਹੀ ਕੰਮ ਵਾਸਤੇ ਅਸੀਂ ਜਾ ਰਹੀਆਂ, ਹੁਣ ਡਰ ਸਾਨੂੰ ਕਾਹਦਾ ਲੱਗਣਾ, ਸਾਡਾ ਤਾਂ ਦਿਮਾਗ ਬਣ ਚੁੱਕਿਆ ਹੈ ਜਿਹੀ ਹੈ। ਬਿਲਕੁਲ ਜੀ ਬਿਲਕੁਲ। ਤੇ ਅਗਲੀ ਗੱਲ ਕਹਿੰਦੀ ਮੈਂ ਇੱਕ ਹੋਰ ਸਵਾਲ ਕੀਤਾ ਵੀ ਤੁਹਾਨੂੰ ਪਰਾਏ ਮਰਦਾਂ ਦੇ ਅੱਗੇ ਆਪਣੇ ਆਪ ਨੂੰ ਨੰਗੀਆਂ ਕਰਨਾ ਇਹ ਸ਼ਰਮ ਨਹੀਂ ਆਉਂਦੀ ਹੈ ਜੀ? ਕਹਿੰਦੀ ਉਹ ਵੇਸ਼ਵਾ ਦੀ ਮੁਖੀ ਕਹਿਣ लगी बीबी पेट भरने के लिए पेट नंगा तो करना ही पड़ता है ना जी। ਤੇ ਇਹੋ ਹੀ ਇਸੇ ਤਰ੍ਹਾਂ ਹੈ, ਇਹਨਾਂ ਲੀਡਰਾਂ ਨੂੰ ਆਪਣਾ ਪੇਟ ਭਰਨ ਵਾਸਤੇ ਸ਼ਰਮ ਤਾਂ ਲਾਉਣੀ ਹੀ ਪੈਂਦੀ ਹੈ ਨਾ, ਪੇਟ ਨੰਗਾ ਤਾਂ ਕਰਨਾ ਹੀ ਪੈਂਦਾ ਨਾ ਫਿਰ। ਬਿਲਕੁਲ ਇਹ ਸਹੀ ਗੱਲ ਹੈ ਜੀ। ਇਸੇ ਕਰਕੇ ਸਾਨੂੰ ਧਰਮ ਦੇ ਨਾਂ ਤੇ, ਇਨਸਾਨੀਅਤ ਦੇ ਨਾਂ ਤੇ ਵਾਸਤਾ ਪਾਉਣਗੇ, ਕਸਮਾਂ ਖਾਣਗੇ, ਕੋਈ ਗੁਟਕਾ ਫੜ ਕੇ, ਕੋਈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ, ਕੋਈ ਹੋਰ ਅਨੇਕਾਂ ਬਹਾਨੇ ਲਾ ਕੇ, ਅੰਮ੍ਰਿਤ ਛਕ ਕੇ, ਪੰਥ ਰਤਨ ਦੇ ਖਿਤਾਬ ਲੈ ਕੇ ਜਾਂ ਅਨੰਦਪੁਰ ਸਾਹਿਬ ਦਾ ਉਹ ਹੈਰੀਟੇਜ ਬਣਾ ਕੇ, ਬਹੁਤ ਕੁਝ ਕਰਕੇ ਇਹ ਸਾਰਾ ਕੁਝ ਕਸਮਾਂ ਖਾਣਗੇ, ਲੋਕਾਂ ਦੀਆਂ ਨਜ਼ਰਾਂ 'ਚ ਉੱਚੇ ਬਣਨ ਦਾ, ਧਰਮੀ ਬਣਨ ਦਾ ਢੌਂਗ ਤਾਂ ਕਰਨਗੇ, ਪਰ ਪੇਟ ਸਾਰਿਆਂ ਨੇ ਆਪਣਾ ਨੰਗਾ ਹੀ ਕੀਤਾ ਹੋਇਆ। ਬਿਲਕੁਲ ਜੀ ਬਿਲਕੁਲ, ਉਹ ਸਹੀ ਕਹਿੰਦੇ ਆ, ਕਹਿੰਦੇ ਕਿ ਆਪਣਾ ਉਹ ਕੱਪੜਾ ਚੱਕਿਆ ਆਪਦਾ ਹੀ ਢਿੱਡ ਨੰਗਾ ਹੁੰਦਾ, ਪਰ ਇਹ ਤਾਂ ਘਰੋਂ ਹੀ ਕੱਪੜੇ ਲਾਹ ਕੇ ਆਉਂਦੇ ਆ। ਸਹੀ ਹੈ ਜੀ, ਬਹੁਤ ਵਧੀਆ ਜਵਾਬ ਦਿੱਤਾ ਬਾਪੂ ਜੀ ਤੁਸੀਂ। ਅਗਲੀ ਗੱਲ ਜਿੱਥੇ ਆਪਾਂ ਸੱਜਣ ਦੀ ਕੀਤੀ ਹੈ ਜੀ, ਵੀ ਗੁਰੂ ਪਾਤਸ਼ਾਹ ਨੇ ਆਖਿਆ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਸਾਡਾ ਮਤਲਬ ਸੀਗਾ ਵੀ ਚੰਗੇ ਰਾਹ ਤੇ ਪੈਣਾ, ਜਿਹਦੇ ਨਾਲ ਅਸੀਂ ਆ ਫਾਲਤੂ ਦੇ ਪਏ ਹੋਏ ਬੰਧਨਾਂ ਤੋਂ ਛੁੱਟ ਸਕੀਏ। ਸਾਡਾ ਨਜ਼ਰੀਆ ਉਸ ਪਾਸੇ ਆ। ਹਲੇ ਵੀ ਗੁਰੂ ਪਾਤਸ਼ਾਹ ਜੀ ਜਦੋਂ ਯੂਪੀ ਦੇ ਵਿੱਚ ਪਹੁੰਚਦੇ ਆ ਤੇ ਯੂਪੀ ਦੇ ਇੱਕ ਖਿੱਤੇ ਦਾ ਨਾਮ ਜਿਹਨੂੰ ਅਸੀਂ ਜ਼ਿਲ੍ਹਾ ਪੀਲੀਭੀਤ ਦੇ ਵਿੱਚੋਂ, ਉਹ ਪਹਿਲਾਂ ਗੋਰਖਮੱਤਾ ਸੀ ਤੇ ਬਾਅਦ ਵਿੱਚ ਗੁਰੂ ਪਾਤਸ਼ਾਹ ਦੇ ਜਾਣ ਤੋਂ ਬਾਅਦ ਉਹ ਨਾਨਕਮੱਤਾ ਵੱਜਿਆ। ਉਸ ਨਾਨਕਮੱਤੇ ਦੇ ਵਿੱਚ ਕਹਿੰਦੇ ਜੀ ਜਦੋਂ ਗੁਰੂ ਪਾਤਸ਼ਾਹ ਜੀ ਉਹ ਗੋਰਖਮੱਤੇ ਵਿੱਚ ਪਹੁੰਚੇ ਸਨ ਤਾਂ ਉਹਨਾਂ ਦੀ ਚਰਚਾ ਵੀ ਹੋਈ ਉੱਥੇ, ਤੇ ਚਰਚਾ ਦੇ ਨਾਲ ਨਾਲ ਉਹਨਾਂ ਨੇ ਗੁਰੂ ਪਾਤਸ਼ਾਹ ਨੇ ਇੱਕ ਜਿਹੜਾ ਉਹ ਪਿੱਪਲ ਸੀ ਉਹ ਹਰਾ ਕਰਕੇ ਦਿਖਾ ਦਿੱਤਾ ਜਿਹੜਾ ਸੁੱਕਿਆ ਹੋਇਆ ਸੀ। ਨਾਲੇ ਉਹਨਾਂ ਨੇ ਇਹ ਵੀ ਦੱਸਿਆ ਉੱਥੇ, ਗੱਲ ਬੋਰਡ ਦੀ ਮਾਫ ਕਰਨਾ ਵੀ ਕੀਤੀ ਜਾਂਦੀ ਹੈ ਕਿ ਉਹ ਹਰਾ ਕਰ ਦਿੱਤਾ ਉਹਨਾਂ ਨੇ, ਪਰ ਨਾਲੇ ਨਾਲ ਕਿਤੇ ਕਿਤੇ ਸਾਨੂੰ ਇਹ ਵੀ ਕਿਹਾ ਗਿਆ ਕਿ ਧਰਤੀ ਗੱਲਾਂ ਕਰਦੀ ਵੀ ਉਹਨਾਂ ਨੇ ਉੱਥੇ ਸੁਣਾਈ। ਤੇ ਧਰਤੀ ਦੇ ਗੱਲਾਂ ਕਰਨ ਦਾ ਸੱਚ ਜਦੋਂ ਬਾਬਾ ਜੀ ਨੇ ਉਘਾੜ ਕੇ ਰੱਖਿਆ ਤੇ ਸਾਰੀ ਸਟੋਰੀ ਇਹ ਰੁੱਖ ਦੇ ਹਰੇ ਕਰਨ ਦੀ, ਪੇੜ ਦਰਖਤ ਦੇ ਹਰੇ ਕਰਨ ਦੀ, ਇਹ ਸਾਰੀ ਕਹਾਣੀ ਦਾ ਜਿਹੜਾ ਲੌਜਿਕ ਹੈ ਜੀ ਉਹ ਵੀ ਕਿਰਪਾ ਕਰਕੇ ਆਪ ਜੀ ਸੰਗਤਾਂ ਦੇ ਸਾਹਮਣੇ ਰੱਖਿਓ। ਇੱਥੇ ਜਨਮ ਸਾਖੀਆਂ 'ਚ ਤਾਂ ਕਿਉਂਕਿ ਉਦੋਂ ਖੋਜ ਪੜਤਾਲ ਹੈ ਨਹੀਂ ਸੀ, ਸੁਣੀਆਂ ਸੁਣਾਈਆਂ ਗੱਲਾਂ ਤੇ ਸਾਰਾ ਕੁਝ ਆਧਾਰਿਤ ਸੀ ਤੇ ਮਾਨਸਿਕ ਵਿਕਾਸ ਨਾ ਹੋਣ ਕਰਕੇ ਸ਼ਰਧਾ ਸੀ ਕੇਵਲ, ਤੇ ਉਹਨਾਂ ਦਾ ਇਹ ਤਹਿ ਤੱਕ ਜਾਣ ਦਾ ਕੋਈ ਉਹਨਾਂ ਕੋਲੇ ਤਰੀਕਾ ਸਾਧਨ ਨਹੀਂ ਸੀ ਜੀ। ਮੈਂ ਆਪ ਜਦੋਂ ਇਹ ਜਨਮ ਸਾਖੀਆਂ ਵੀ ਪੜ੍ਹ ਲਈਆਂ ਤੇ ਗੁਰਬਾਣੀ ਵੀ ਬਹੁਤ ਸਾਰੀ ਅਧਿਐਨ ਕਰ ਲਿਆ ਤੇ ਆਪਣੇ ਕੁਝ ਦੋਸਤਾਂ ਮਿੱਤਰਾਂ ਨੂੰ ਲੈ ਕੇ ਉਧਰ ਯਾਤਰਾ ਤੇ ਵੀ ਗਿਆ। ਜਿਹੜੇ ਰੀਠੇ ਮਿੱਠੇ ਕਰਨ ਵਾਲੀ ਘਟਨਾ ਹੈ, ਗੁਰਦੁਆਰਾ ਰੀਠਾ ਸਾਹਿਬ ਵੀ ਹੈ ਤੇ ਨਾਨਕਮੱਤੇ ਵਾਲਾ ਗੁਰਦੁਆਰਾ ਇੱਧਰ ਵੀ ਯਾਤਰਾ ਤੇ ਗਿਆ ਤੇ ਉਦੋਂ ਫਿਰ ਉੱਥੇ ਜਾ ਕੇ ਵੀ ਕਾਫੀ ਸਾਰੀਆਂ ਗੱਲਾਂ ਦਾ ਪਤਾ ਲੱਗਿਆ ਤੇ ਉਹਨਾਂ ਦੀ ਪਰਖ ਪੜਚੋਲ ਕੀਤੀ। ਗੱਲ ਕੀ ਹੈ ਕਿ ਇੱਕ ਸਰਦਾਰ ਫੌਜਾ ਸਿੰਘ ਹੋਏ ਨੇ। ਸਰਦਾਰ ਫੌਜਾ ਸਿੰਘ ਨੇ 1968 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 500 ਸਾਲਾ ਜਨਮ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਸੀ, ਹੁਣ ਤਾਂ ਇਹ 550 ਬਣਾ ਲਿਆ ਇਹਨਾਂ ਨੇ, ਉਦੋਂ 500 ਸਾਲਾ ਸੀ ਤੇ ਉਹ 1969 ਦੇ ਵਿੱਚ ਜਨਮ ਦਿਨ ਮਨਾਉਣ ਵਾਸਤੇ ਬਹੁਤ ਵੱਡੇ ਪੈਮਾਨੇ ਤੇ ਸਰਕਾਰੀ ਤੌਰ ਤੇ ਗੈਰ ਸਰਕਾਰੀ ਤੌਰ ਤੇ ਯਤਨ ਕੀਤੇ ਜਾ ਰਹੇ ਸਨ। ਸਰਦਾਰ ਫੌਜਾ ਸਿੰਘ ਨੇ ਆਪਣੇ ਸਾਧਨਾਂ ਨਾਲ ਭਾਰਤ ਦੇ ਸਾਰੇ ਹਿੱਸਿਆਂ 'ਚ ਘੁੰਮ ਫਿਰ ਕੇ 2-3 ਸਾਲ ਦਾ ਸਮਾਂ ਲਾ ਕੇ ਕਿਹੜੇ ਪਿੰਡ 'ਚ ਕਿੰਨੇ ਸਿੱਖ ਵਸਦੇ ਨੇ, ਕਿਹੜੇ ਇਲਾਕੇ 'ਚ ਵਸਦੇ ਨੇ, ਕਿਹੜੇ ਸੂਬੇ 'ਚ, ਕਿਹੜੇ ਜ਼ਿਲ੍ਹੇ 'ਚ ਉਹਨਾਂ ਦੀ ਅੱਜ ਪੋਜੀਸ਼ਨ ਕੀ ਹੈ ਤੇ ਉਹ ਸਿੱਖੀ ਸਰੂਪ ਵਾਲੇ ਹੈਗੇ ਨੇ ਕਿ ਨਹੀਂ ਹੈਗੇ, ਗੁਰੂ ਨਾਨਕ ਨੂੰ ਕਿਸ ਰੂਪ 'ਚ ਵੇਖਦੇ ਨੇ, ਇਹ ਬਹੁਤ ਕੁਝ ਉਹਨੇ ਖੋਜ ਕਰਕੇ ਇੱਕ 50-55 ਪੰਨਿਆਂ ਦਾ ਟਰੈਕਟ ਲਿਖਿਆ ਸੀ। ਉਹ ਟਰੈਕਟ ਮੇਰੇ ਕੋਲੇ ਮੌਜੂਦ ਹੈ ਤੇ ਉਹਦੇ ਵਿੱਚੋਂ ਮੈਨੂੰ ਬਹੁਤ ਸਾਰੀ ਜਾਣਕਾਰੀ ਮਿਲੀ। ਹੋਰਨਾਂ ਥਾਵਾਂ ਦੇ ਨਾਲ ਨਾਲ ਇਹ ਨਾਨਕ ਮੱਤੇ ਬਾਰੇ ਵੀ ਜਾਣਕਾਰੀ ਮਿਲੀ।
ਇਹ ਉਹਨਾਂ ਨੇ ਲਿਖਿਆ ਆਪਣੇ ਉਸ ਟਰੈਕਟ 'ਚ, ਮੈਂ ਆਪਣੀ ਕਿਤਾਬ 'ਚ ਵੀ ਪਾ ਦਿੱਤਾ ਹੈ ਸਾਰਾ ਮੈਟਰ, ਕਿ ਉੱਥੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਸੇਵਕ ਸੀ, ਪਹਿਲਾਂ ਇਹ ਸਾਰੇ ਜੋਗੀਆਂ ਦੇ ਸੇਵਕ ਸੀ, ਤੇ ਜੋਗੀਆਂ ਨਾਲ ਉੱਥੇ ਉਹਨਾਂ ਨੇ ਆਪਣੀ ਜ਼ਿੰਦਗੀ ਨਾਲ ਜਾਦੂਗਰੀਆਂ ਜੋੜੀਆਂ ਸੀ ਜੋਗੀਆਂ ਨੇ। ਅਸਲ ਦੇ ਵਿੱਚ ਜਦੋਂ ਉੱਥੇ ਲੋਕੀ ਇਕੱਠੇ ਹੁੰਦੇ ਸੀ ਤੇ ਜੋਗੀ ਕਹਿੰਦੇ ਸੀ ਇਹ ਧਰਤੀ ਸਾਡੀ ਹੈ, ਧਰਤੀ ਇੱਥੇ ਗੱਲਾਂ ਕਰਦੀ ਹੈ ਤੇ ਸਾਰੀ ਧਰਤੀ ਤੁਹਾਨੂੰ ਬੋਲ ਕੇ ਦੱਸੇਗੀ ਕਿ ਮੈਂ ਕਿਹਦੇ ਨਾਲ ਆ, ਤੁਹਾਡਾ ਲੋਕਾਂ ਦਾ ਮੈਂ ਕਿਵੇਂ ਭਲਾ ਕਰੂੰਗੀ। ਉਹਨਾਂ ਨੇ ਉੱਥੇ ਇੱਕ ਡੂੰਘਾ ਭੋਰਾ ਪੱਟਿਆ ਹੋਇਆ ਸੀ, ਭੋਰੇ ਦੇ ਵਿੱਚ ਆਪਣੇ ਉਹ ਬੰਦੇ ਨੂੰ ਵਾੜਨਦੇ ਸਨ ਤੇ ਉਸ ਬੰਦੇ ਦੇ ਰਾਹੀਂ ਜਿਹੜਾ ਭੋਰੇ 'ਚ ਬੈਠਾ ਹੁੰਦਾ ਸੀ, ਅੰਦਰੋਂ ਮੱਧਮ ਜੀ ਆਵਾਜ਼ ਬਾਹਰ ਸੁਣਾਈ ਦਿੰਦੀ ਸੀ ਤੇ ਲੋਕੀ ਵਿਚਾਰੇ ਭੋਲੇ ਭਾਲੇ ਉਹ ਕੰਨ ਲਾ ਕੇ ਸੁਣਦੇ ਸੀ ਤੇ ਉਹਨਾਂ ਨੂੰ ਲੱਗਦਾ ਸੀ ਸ਼ਾਇਦ ਧਰਤੀ ਬੋਲਦੀ ਹੈ ਤੇ ਗੁਰੂ ਨਾਨਕ ਸਾਹਿਬ ਨੇ ਇਹ ਉਹਨਾਂ ਦਾ ਜਿਹੜੀ ਚਤਰਾਈ ਹੈ ਪਕੜ ਲਈ ਸੀ ਤੇ ਉਹਨਾਂ ਨੇ ਜਦੋਂ ਆਪਣੇ ਦਿਨ ਦੇ ਮੁਤਾਬਕ ਬਹਿਸ ਮੁਬਾਸਾ ਕਰਨਾ ਸੀ, ਧਰਤੀ ਤੇ ਆਪਣਾ ਹੱਕ ਜਤਾਉਣਾ ਸੀ, ਗੁਰੂ ਨਾਨਕ ਸਾਹਿਬ ਨੂੰ ਡਰਾ ਕੇ ਭਜਾਉਣਾ ਸੀ, ਲੋਕਾਂ ਨੂੰ ਆਪਣੇ ਹੱਕ 'ਚ ਖੜੇ ਕਰਨਾ ਸੀ ਜਾਦੂਗਰੀ ਦੇ ਢੰਗ ਨਾਲ, ਉਦੋਂ ਪਹਿਲਾਂ ਹੀ ਗੁਰੂ ਨਾਨਕ ਸਾਹਿਬ ਦੇ ਨਾਲ ਜਿਹੜੇ ਜਥਾ ਗਿਆ ਸੀ ਉਹਨਾਂ ਨੂੰ ਅਤੇ ਹੋਰ ਸਿਆਣੇ ਬੰਦਿਆਂ ਨੂੰ ਜਿਹੜੇ ਮਨੁੱਖਤਾ ਦੇ ਹਿਤੈਸ਼ੀ ਸਨ ਉਹਨਾਂ ਨੂੰ ਸਮਝਾ ਬੁਝਾ ਕੇ ਉੱਥੇ ਸਾਰਾ ਘੁੰਮ ਫਿਰ ਕੇ ਵੇਖ ਲਿਆ। ਉਹ ਜਿਹੜਾ ਉਹਨਾਂ ਨੇ ਭੋਰਾ ਪੱਟਿਆ ਹੋਇਆ ਸੀ ਉਹਦੇ ਵਿੱਚੋਂ ਉਹਨਾਂ ਦਾ ਬੰਦਾ ਆਪਣੇ ਬੰਦਿਆਂ ਰਾਹੀਂ ਗੁਰੂ ਨਾਨਕ ਸਾਹਿਬ ਨੇ ਲੱਭ ਲਿਆ ਤੇ ਉਹਨੂੰ ਘਸੀਟ ਕੇ ਬਾਹਰ ਕੱਢ ਦਿੱਤਾ। ਉਸ ਤੋਂ ਬਾਅਦ ਜਦੋਂ ਜੋਗੀਆਂ ਦੀ ਤੇ ਗੁਰੂ ਨਾਨਕ ਸਾਹਿਬ ਦੀ ਬਹਿਸ ਮੁਬਾਸਾ ਹੋਇਆ ਤੇ ਉਹ ਗੁਰੂ ਨਾਨਕ ਸਾਹਿਬ ਤਾਂ ਕਹਿਣ ਵੀ ਲੋਕ ਭਲਾਈ ਦੀਆਂ ਗੱਲਾਂ, ਉਹ ਕਹਿਣ ਲੱਗੇ ਜੀ ਲੋਕ ਭਲਾਈ ਤਾਂ ਹੋਈ ਜਾਣੀ ਹੈ, ਤਾਂ ਧਰਤੀ ਹੀ ਸਾਡੀ ਹੈ, ਇੱਥੇ ਸਾਰਾ ਕੋਈ ਧਰਤੀ ਬੋਲਦੀ ਹੈ, ਅਸੀਂ ਤਾਂ ਇੰਨਾ ਕੁਝ ਕਰੀ ਬੈਠੇ ਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਚੰਗਾ ਬੁਲਾ ਕੇ ਵਿਖਾਓ ਤੁਹਾਡੀ ਧਰਤੀ ਨੂੰ। ਉਹਨਾਂ ਨੂੰ ਤਾਂ ਮਾਣ ਸੀ ਪਹਿਲੀ ਕਿ ਅਸੀਂ ਤਾਂ ਹਰ ਵਾਰੀ ਏਦਾਂ ਹੀ ਕਰਦੇ ਆ ਜਦੋਂ ਕੋਈ ਸਾਡੇ ਨਾਲ ਟਕਰਾਉਂਦਾ ਹੈ। ਤੇ ਉਹਨਾਂ ਨੇ ਆਵਾਜ਼ਾਂ ਮਾਰੀਆਂ ਧਰਤੀ ਮਾਤਾ ਬੋਲ, ਧਰਤੀ ਮਾਤਾ ਬੋਲ। ਧਰਤੀ ਮਾਤਾ ਨੇ ਇਹਨੂੰ ਬੋਲਣਾ ਸੀ, ਉਹ ਤੋਂ ਪਹਿਲੀ ਧਰਤੀ ਮਾਤਾ ਕੱਢ ਕੇ ਬਾਹਰ ਸੁੱਟ ਦਿੱਤੀ ਗਈ ਸੀ, ਭਾਵ ਜਿਹੜਾ ਬੰਦਾ ਅੰਦਰ ਬੈਠਾ ਸੀ ਉਹ ਕੱਢ ਦਿੱਤਾ ਸੀ ਬਾਹਰ। ਤੇ ਇਸ ਤਰ੍ਹਾਂ ਉਹਨਾਂ ਨੇ ਬਹੁਤ ਨਿੰਮੋ ਝੋਣੇ ਹੋਏ। ਜਦੋਂ ਜੋਗੀ ਕੁਝ ਨਾ ਨਿਕਲਿਆ ਉਤੋਂ ਫਿਰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਕਿ ਤੁਹਾਡੀ ਚਤਰਾਈ ਮੈਂ ਪਕੜ ਲਈ, ਤੁਹਾਡੀ ਆ ਰਹੀ ਉਹ ਸੁਰੰਗ, ਇਹ ਸੁਰੰਗ ਦੇ ਵਿੱਚੋਂ ਦੀ ਤੁਸੀਂ ਬੰਦਾ ਬਿਠਾਇਆ ਸੀ ਅੰਦਰ ਤੇ ਹਰ ਸਾਲ ਇਹੀ ਕੁਝ ਹੁੰਦਾ ਸੀ, ਉਹ ਰਸਤਾ ਖਿੱਚ ਕੇ ਤੁਹਾਡੇ ਇੱਥੇ ਘੰਟੇ ਵਜਾਉਂਦਾ ਸੀ ਵਿੱਚ ਬਹਿ ਕੇ, ਤੇ ਸਾਰੇ ਕੰਮ ਮੈਂ ਤੁਹਾਡੇ ਪਕੜ ਲਏ ਨੇ ਤੇ ਇਹ ਤੁਹਾਡੀਆਂ ਨਹੀਂ ਚੱਲਣਗੀਆਂ। ਉਹਨਾਂ ਨੇ ਬਹੁਤ ਸ਼ਰਮਿੰਦਗੀ ਲੋਕਾਂ ਦੇ ਸਾਹਮਣੇ ਮਹਿਸੂਸ ਕੀਤੀ, ਹਾਰ ਮੰਨ ਲਈ ਤੇ ਉਹਦਾ ਸਮਾਂ ਪਾ ਕੇ ਉਸ ਸਥਾਨ ਦਾ ਨਾਮ ਗੋਰਖਮੱਤੇ ਦੀ ਥਾਂ ਤੇ ਅੱਜ ਕੱਲ ਜਿੱਥੇ ਆ ਜੋਗੀ ਯੂਪੀ ਵਾਲਾ ਮੁੱਖ ਮੰਤਰੀ ਹੈ ਇਹ ਉਸੇ ਦਾ ਹੈੱਡਕੁਆਟਰ ਹੈ ਗੋਰਖਮੱਤਾ। ਤੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਉਹਦਾ ਨਾਮ ਨਾਨਕ ਮੱਤਾ ਬਣ ਗਿਆ ਉਦੋਂ, ਜਿਹੜਾ ਕਿ ਗੁਰਦੁਆਰਾ ਤੇ ਬਣ ਗਿਆ। ਪਰ ਫਿਰ ਵੀ ਕਿਉਂਕਿ ਸਿੱਖਾਂ ਦੀ ਆਬਾਦੀ ਹਾਲੇ ਉਧਰ ਘੱਟ ਹੈ ਤੇ ਸਿੱਖਾਂ ਨੇ ਪ੍ਰਚਾਰ ਦਾ ਵੀ ਕੋਈ ਉਧਰ ਸਾਧਨ ਜਿਹੜੇ ਯਤਨ ਨਹੀਂ ਕੀਤਾ, ਪਰ ਇਹ ਗੱਲ ਪੱਕੀ ਹੋ ਗਈ ਕਿ ਉੱਥੇ ਗੁਰੂ ਸਾਹਿਬ ਦੇ ਜਿਹੜੇ ਨੇ ਕੰਮਾਂ ਦੇ ਡੰਕੇ ਵੱਜ ਗਏ। ਇਹਨੇ ਸਰਦਾਰ ਫੌਜਾ ਸਿੰਘ ਨੇ ਲਿਖਿਆ ਹੋਇਆ ਕਿ ਦੀਵਾਲੀ ਦੇ ਨੇੜੇ ਤੇੜੇ ਉਧਰ ਦੇ ਸਿੱਖ ਜਿਹੜੇ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋਏ ਉੱਥੇ ਆ ਕੇ ਉਹਨਾਂ ਦੇ ਵਿਚਾਰ ਸੁਣਦੇ ਰਹੇ, ਉਹਨਾਂ ਦੀ ਹੀ ਬੋਲੀ ਦੇ ਵਿੱਚ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਸੁਣਾਉਂਦੇ ਰਹੇ ਗੱਲਾਂ ਬਾਤਾਂ। ਉਹਨਾਂ ਨੂੰ ਇੰਨੀਆਂ ਚੰਗੀਆਂ ਲੱਗੀਆਂ, ਦੀਵਾਲੀ ਦੇ ਨੇੜੇ ਅੱਜ ਤੱਕ ਉਹ ਗੱਡੇ ਜੋੜ ਕੇ ਰੱਥ ਜੋੜ ਕੇ ਆਪਣੇ ਹੋਰ ਸਾਦੇ ਜੇ ਸਾਧਨਾਂ ਦੇ ਨਾਲ ਉੱਥੇ ਦਰਸ਼ਨਾਂ ਵਾਸਤੇ ਆਉਂਦੇ ਨੇ। ਕਿਉਂਕਿ ਗਰੀਬੀ ਹੈ ਤਾਂ ਲੰਗਰ ਦੇ ਵਿੱਚੋਂ ਇੱਕ ਰੋਟੀ ਸਿਰਫ ਲੈਂਦੇ ਨੇ, ਉਸ ਇੱਕ ਰੋਟੀ ਨੂੰ ਸਾਰੇ ਆਪਣੇ ਪਰਿਵਾਰ 'ਚ ਸੰਗੀਆਂ ਸਾਥੀਆਂ 'ਚ ਪ੍ਰਸ਼ਾਦ ਦੀ ਨਿਆਂ ਵਰਤਾਉਂਦੇ ਨੇ ਤੇ ਗੁਰੂ ਨਾਨਕ ਦੇ ਨਾਮ ਦੀ ਜੈ ਬੋਲਦੇ ਨੇ, ਬੋਲ ਬਾਬਾ ਨਾਨਕ ਕੀ ਜੈ, ਬੋਲ ਗੁਰੂ ਨਾਨਕ ਕੀ ਜੈ। ਇਸ ਤਰ੍ਹਾਂ ਆਪਣੇ ਉਧਰਲੇ ਦੇਸੀ ਢੰਗ ਦੇ ਗੀਤ ਗਾਉਂਦੇ ਹੋਏ ਉਹ ਬਹੁਤ ਖੁਸ਼ੀਆਂ ਮਨਾਉਂਦੇ ਵਾਪਸ ਚਲੇ ਜਾਂਦੇ ਨੇ। ਇਹਨਾਂ ਨੇ ਲਿਖਿਆ ਸਰਦਾਰ ਫੌਜਾ ਸਿੰਘ ਨੇ ਕਿ ਹਜ਼ਾਰਾਂ ਦੀ ਗਿਣਤੀ 'ਚ ਉਸ ਇਲਾਕੇ 'ਚ ਸਿੱਖ ਵਸਦੇ ਨੇ ਤੇ ਅੱਜ ਵੀ ਉਹ ਗੁਰੂ ਨਾਨਕ ਨੂੰ ਬਾਰ-ਬਾਰ ਯਾਦ ਕਰਦੇ ਨੇ, ਨਾਨਕ ਮੱਤੇ ਆਉਂਦੇ ਨੇ। ਪਰ ਦੁਖਦਾਈ ਪਹਿਲੂ ਇਹ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਧਰਲੇ ਪਾਸੇ ਕੋਈ ਧਿਆਨ ਕਦੇ ਨਹੀਂ ਦਿੱਤਾ। ਉੱਥੇ ਬਾਅਦ ਦੇ ਵਿੱਚ ਭਾਈ ਅਲਮਸਤ ਸੀ ਜਿਹਨੇ ਬਹੁਤ ਪ੍ਰਚਾਰ ਕੀਤਾ। 6ਵੇਂ ਪਾਤਸ਼ਾਹ ਦੇ ਟਾਈਮ ਤੇ ਉਹ ਜਿਹੜਾ ਗੁਰਦੁਆਰਾ ਸੀ ਜਾਂ ਧਰਮ ਸਥਾਨ ਸੀ ਉਹਨਾਂ ਯੋਗੀਆਂ ਨੇ ਫਿਰ ਖੋਲਿਆ ਸੀ ਤੇ ਭਾਈ ਅਲਮਸਤ ਨੇ 6ਵੇਂ ਪਾਤਸ਼ਾਹ ਦੇ ਕੋਲੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਉੱਥੇ ਆ ਜਿਹੜਾ ਉਹਨਾਂ ਨੇ ਆਪਣੇ ਇਨਕਮ ਦੇ ਸਾਧਨ ਬੰਦ ਹੋਏ ਹੋਣ ਕਰਕੇ ਉਹ ਸਾਡੇ ਬੰਦਿਆਂ ਤੇ ਹਮਲਾ ਕੀਤਾ ਯੋਗੀਆਂ ਨੇ, ਸਾਤੋਂ ਸਾਰਾ ਕੁਝ ਖੋਹ ਲਿਆ ਤੇ ਲੋਕਾਂ ਨੂੰ ਡਰਾ ਧਮਕਾ ਕੇ ਸਾਡੇ ਕੋਲੇ ਆਉਣੋਂ ਹਟਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਦੁਬਾਰਾ ਉੱਥੇ ਫੌਜੀ ਟੁਕੜੀ ਲੈ ਕੇ ਪਹੁੰਚੇ ਤੇ ਉਹਨਾਂ ਨੂੰ ਚੰਗੀ ਕਰਾਰੀ ਸਜ਼ਾ ਦਿੱਤੀ ਤੇ ਉੱਥੇ ਇਹ ਵੀ ਗੱਲ ਪ੍ਰਚਲਿਤ ਕੀਤੀ ਗਈ ਹੈ ਕਿ ਜਿਹੜਾ ਪਿੱਪਲ ਹੈ ਇੱਕ, ਉਹ ਪਿੱਪਲ ਦੇ ਪੱਤਿਆਂ ਦੇ ਉੱਤੇ ਕੁਝ ਵਿਸ਼ੇਸ਼ ਕਿਸਮ ਦੀਆਂ ਧਾਰੀਆਂ ਬਣੀਆਂ ਹੋਈਆਂ ਨੇ ਤੇ ਜਿਹੜੀਆਂ ਕਿ ਗੁਰੂ ਸਾਹਿਬ ਦੇ ਜਾਣ ਕਾਰਨ ਕਰਾਮਾਤ ਵਰਤ ਗਈ, ਭਾਵ ਕਿ ਪਿੱਪਲ ਦੇ ਥੱਲੇ ਅਸਲ ਦੇ ਵਿੱਚ ਤਾਂ ਗੁਰੂ ਸਾਹਿਬ ਬੈਠੇ ਸੀ ਪਰ ਉਹ ਪਿੱਪਲ ਵੀ ਉਹਨਾਂ ਵਾਸਤੇ ਸਤਿਕਾਰ ਦਾ ਪਾਤਰ ਬਣ ਗਿਆ ਕਿਉਂਕਿ ਗੁਰੂ ਸਾਹਿਬ ਨੇ ਪਰਉਪਕਾਰ ਬਹੁਤ ਕੀਤੇ ਸੀ। ਬਿਲਕੁਲ ਜੀ, ਇਹ ਪਿੱਪਲ ਦਾ ਜ਼ਰੂਰ ਖਿਆਲ ਰੱਖਿਓ ਜੀ। ਇਹ ਬੁੱਧ ਜੀ ਦੇ ਨਾਲ ਵੀ ਜੋੜਿਆ ਗਿਆ, ਮਹਾਤਮਾ ਬੁੱਧ ਦੇ ਨਾਲ
ਜੈਨੀਆਂ ਦੇ ਨਾਲ ਵੀ ਕਿਤੇ ਨਾ ਕਿਤੇ ਜੋੜਿਆ ਜਾਂਦਾ। ਪਰ ਪੁਰਾਣੇ ਜਿਹੜੇ ਲੋਕ ਨੇ ਉਹਨਾਂ ਸਿਆਣਿਆਂ ਨੂੰ ਕਈ ਵਾਰੀ ਪੁੱਛੀਏ ਵੀ ਯਾਰ ਇੰਨੀ ਪੂਜਾ ਦਾ ਇਹ ਸਾਧਨ ਇਹਨੂੰ ਪਿੱਪਲ ਨੂੰ ਹੀ ਕਿਉਂ ਬਣਾਇਆ, ਤਾਂ ਉਹਨਾਂ ਦਾ ਕਹਿਣਾ ਕਿ ਲੋਕ ਕਦੇ ਵੀ ਕੋਈ ਵੀ ਲੱਕੜ ਬਾਲਣ ਲਈ ਕੱਟਣ ਲਈ ਤਿਆਰ ਹੋ ਜਾਂਦੇ ਆ, ਉਹ ਭੁੱਲ ਜਾਂਦੇ ਆ ਕਿ ਆਕਸੀਜਨ ਜ਼ਿਆਦਾ ਦਿੰਦਾ, ਇਹ ਰਾਤ ਨੂੰ ਵੀ ਆਕਸੀਜਨ ਦਿੰਦਾ, ਤੇ ਇਹਦਾ ਉਹ ਖਿਆਲ ਉਕਾਈ ਕਰਦੇ ਆ। ਇਹਨੂੰ ਕਿਤੇ ਨਾ ਕਿਤੇ ਜ਼ਿਆਦਾ ਮਹਾਨ ਮੰਨਣ ਦਾ ਇਹ ਕਾਰਨ ਉਹਨਾਂ ਵੱਲੋਂ ਦੱਸਿਆ ਗਿਆ ਵੀ ਇਹ ਹੈਗਾ ਸੀ। ਇਸ ਕਰਕੇ ਲੋਕਾਂ ਦੀ ਇਹਨਾਂ ਚੀਜ਼ਾਂ ਤੋਂ ਬਚਾਉਣ ਦੇ ਲਈ ਇਹਨਾਂ ਨੂੰ ਕਿਤੇ ਲਾਲ ਖੰਮਣੀਆਂ ਬੰਨ, ਕਿਤੇ ਲਾਲ ਕੱਪੜੇ, ਇਹਦੇ ਬਾਰੇ ਵੀ ਬਾਪੂ ਜੀ ਥੋੜਾ ਚਾਨਣਾ ਪਾ ਦਿਓ ਜੀ ਇੱਕ ਦੋ ਲਾਈਨਾਂ ਦੇ ਵਿੱਚ, ਤਾਂ ਕਿ ਇਹ ਗੱਲ ਵੀ ਪਕੜ ਦੇ ਵਿੱਚ ਆ ਜਾਏ ਕਿ ਪੁਰਾਣੇ ਸਮੇਂ ਦੇ ਵਿੱਚ ਅਜਿਹਾ ਅਸੀਂ ਦੇਖਦੇ ਹਾਂ ਕਿ ਕਿਸੇ ਵੀ ਪਿੱਪਲ ਨੂੰ ਜਾਂ ਜੰਡੀਆਂ ਨੂੰ ਇਦਾਂ ਦਾ ਜਿਹੜਾ ਇਹ ਧਾਗੇ ਬੰਨੇ ਜਾਂਦੇ ਆ ਲਾਲ ਰੰਗ ਦੇ, ਇਹਦੇ ਬਾਰੇ ਤੁਹਾਡਾ ਕੀ ਕੰਸਰਨ ਹੈ ਜੀ? ਇਹਦਾ ਨਾ 3 ਰੁੱਖ ਇਹ ਇੰਨੇ ਵਧੀਆ ਨੇ ਤੇ ਛਾਂ ਵੀ ਇਹਨਾਂ ਦੀ ਹੈ ਤੇ ਮੌਸਮ ਵਾਸਤੇ ਵਾਤਾਵਰਣ ਵਾਸਤੇ ਵੀ ਵਧੀਆ ਨੇ। ਇੱਕ ਤਾਂ ਨਿੰਮ, ਪਿੱਪਲ ਤੇ ਬੋੜ, ਇਹਨਾਂ ਦੇ ਕੰਡੇ ਨਾ ਹੋਣ ਕਰਕੇ ਬਹੁਤੇ ਲੋਕ ਇਹਨਾਂ ਨੂੰ ਬਾਲਣ ਵਾਸਤੇ ਜ਼ਿਆਦਾ ਵਰਤਦੇ ਸੀ ਜੀ। ਬਾਲਣ ਵਾਸਤੇ ਵਰਤਣ ਤੋਂ ਰੋਕਣ ਲਈ ਇਹਨਾਂ ਦੇ ਨਾਲ ਇਹ ਧਰਮ ਦੇ ਕੁਝ ਹਿੱਸੇ ਜੋੜ ਦਿੱਤੇ ਗਏ। ਇੱਕ ਤਾਂ ਇਹਨਾਂ ਨੂੰ ਤਰਵੈਣੀ ਕਹਿ ਦਿੱਤਾ ਗਿਆ ਕਿ 3 ਦੇਵਤੇ ਇਹਦੇ ਵਿੱਚ ਰਹਿੰਦੇ ਨੇ, ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਆਦਿਕ, ਇਹਨਾਂ 3 ਰੁੱਖਾਂ ਦੇ ਵਿੱਚ ਬੈਠੇ ਹੋਏ ਨੇ। ਤਰਵੈਣੀ ਦੇ ਵਿੱਚ ਭਾਈ ਪਾਣੀ ਪਾਇਆ ਕਰੋ, ਇੱਥੇ ਮੱਥਾ ਟੇਕਿਆ ਕਰੋ। ਇਸ ਤਰ੍ਹਾਂ ਇਹਨਾਂ ਦੀ ਭਾਵਨਾ ਹੋ ਸਕਦਾ ਹੈ ਪੁਰਾਣੇ ਜ਼ਮਾਨਿਆਂ 'ਚ ਇਹ ਹੋਵੇ ਕਿ ਰੁੱਖਾਂ ਦਾ ਬਚਾਓ ਕਰਨਾ ਹੈ, ਪਰ ਲੋਕਾਂ ਨੂੰ ਦੱਸਣ ਵਾਲਾ ਕੋਈ ਨਹੀਂ ਸੀ ਕਿ ਵਾਤਾਵਰਣ ਚੰਗਾ ਬਣਦਾ ਹੁੰਦਾ ਹੈ ਤੇ ਇਹ ਸਾਨੂੰ ਮੀਂਹ ਪਾਉਣ ਵਾਸਤੇ ਜਾਂ ਸਾਡੀਆਂ ਹੋਰ ਲੋੜਾਂ ਵਾਸਤੇ ਰੁੱਖਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਦੀ ਥਾਂ ਤੇ ਉਹ ਵਹਿਮ ਭਰਮ ਇੰਨੇ ਪ੍ਰਚਲਿਤ ਹੋ ਗਏ, ਲੋਕੀ ਮੱਥੇ ਟੇਕਣ ਜੋਗੇ ਰਹਿ ਗਏ, ਉਹਨਾਂ ਨੂੰ ਅਕਲ ਨਹੀਂ ਆਈ, ਗਿਆਨ ਨਹੀਂ ਆਇਆ। ਲੋੜ ਸੀ ਇਹਨਾਂ ਚੀਜ਼ਾਂ ਦਾ ਅੱਗੇ ਵਿਕਾਸ ਕਰਕੇ ਆਮ ਜਨਤਾ ਨੂੰ ਅਕਲ ਦੇਣ ਦੀ, ਗਿਆਨ ਦੇਣ ਦੀ ਕਿ ਰੁੱਖ, ਬਨਸਪਤੀ, ਜਿਹੜੀ ਹਰਿਆਲੀ ਹੈ ਇਹ ਲੋਕਾਂ ਵਾਸਤੇ, ਮਨੁੱਖਾਂ ਵਾਸਤੇ ਕਿੰਨੀ ਫਾਇਦੇਮੰਦ ਹੈ। ਇਹ ਜਿਹੜਾ ਪਿੱਪਲ ਹੈ ਤੇ ਬੋੜ ਹੈ ਅਤੇ ਨਿੰਮ ਹੈ ਉਸ ਪਾਸੇ ਜੁੜ ਗਿਆ। ਜੰਡੀ ਵੀ ਜਿਹੜਾ ਪੁਰਾਣੇ ਜ਼ਮਾਨਿਆਂ 'ਚ ਤਾਂ ਜੰਡੀ ਨੂੰ ਲੰਮੇ ਲੰਮੇ ਉਹਨੂੰ ਸੰਗਲ ਕਹਿੰਦੇ ਹੁੰਦੇ ਸੀ, ਫਲ ਲੱਗਦਾ ਸੀ ਜਿਹੜਾ ਜੀ, ਉਹ ਫਲ ਵੀ ਸੁੱਕਿਆ ਹੋਇਆ ਆਮ ਜੰਗਲਾਂ 'ਚ ਰਹਿਣ ਵਾਲੇ ਲੋਕਾਂ ਵਾਸਤੇ ਬਹੁਤ ਫਾਇਦੇਮੰਦ ਸੀ। ਪੇਟ ਭਰਨ ਦੇ ਸਾਧਨ ਇਹ ਜੰਗਲੀ ਫਲਾਂ ਫਰੂਟਾਂ ਦੇ ਨਾਲ ਹੀ ਗੁਜ਼ਾਰਾ ਹੁੰਦਾ ਸੀ, ਜਿਵੇਂ ਬੇਰ ਖਾ ਲਏ, ਗੋਲਾਂ ਖਾ ਲੀਆਂ, ਇਹ ਸੰਗਲ ਖਾ ਲਏ। ਇਸ ਤਰ੍ਹਾਂ ਜਿਹੜੇ ਜੰਗਲਾਂ ਦੇ ਵਿੱਚ ਰਹਿ ਕੇ ਸਾਧੂ ਸੰਤ ਆਦਿਕ ਆਪਣੇ ਭਗਤੀ ਹੋਣ ਦਾ ਕੰਮ ਕਰਦੇ ਸੀ, ਜਾਂ ਜਿਹੜੇ ਜੰਗ ਯੁੱਧ ਲੜਦੇ ਸੀ, ਜੰਗਲਾਂ 'ਚ ਲੁਕੇ ਹੁੰਦੇ ਸੀ, ਉਹ ਅਜਿਹੀਆਂ ਚੀਜ਼ਾਂ ਖਾ ਕੇ ਪੇਟ ਪੂਰਤੀ ਕਰਦੇ ਸੀ। ਤਾਂ ਕਿ ਕੁਝ ਸਿਆਣਿਆਂ ਬੰਦਿਆਂ ਨੇ ਜੰਡ ਤੋਂ ਵੀ ਰੋਕਣ ਦਾ ਉਪਰਾਲਾ ਕੀਤਾ ਕਿ ਇਹਨੂੰ ਨਾ ਕੱਟੋ, ਤੇ ਪਿੱਪਲ ਆਦਿਕ ਤੋਂ ਵੀ ਰੋਕਣ ਦਾ ਉਪਰਾਲਾ ਕੀਤਾ ਕਿ ਇਹ ਸਾਡੇ ਵਾਸਤੇ ਫਾਇਦੇਮੰਦ ਨੇ। ਇਹ ਪਿੱਛੇ ਕਹਾਣੀਆਂ ਤਾਂ ਅਸਲ 'ਚ ਇਹ ਦੱਸਣੀਆਂ ਚਾਹੀਦੀਆਂ ਸੀ, ਪਰ ਇਹਨਾਂ ਨੂੰ ਧਰਮ ਦੇ ਨਾਲ ਜੋੜ ਕੇ ਧਾਗੇ ਤਵੀਤ ਬੰਨ ਕੇ ਇਹਨਾਂ ਨੂੰ ਪੂਜਣ ਯੋਗ ਬਣਾ ਦਿੱਤਾ ਗਿਆ। ਹਾਂਜੀ, ਪੂਜਣ ਯੋਗ, ਤੇ ਲੋਕਾਂ ਦਾ ਸੋਚਣਾ ਵੀ ਇੱਥੋਂ ਸਾਡੀਆਂ ਜਿਹੜੀਆਂ ਮੁਰਾਦਾਂ ਪੂਰੀਆਂ ਹੋਣਗੀਆਂ, ਤੇ ਅਜਿਹੀ ਬਸ ਹਰ ਬੰਦੇ ਨੂੰ ਆਪਣੀ ਮੁਰਾਦ ਪੂਰੀ ਕਰਨੀ ਹੁੰਦੀ ਹੈ। ਇਸ ਕਰਕੇ ਉਹ ਉਲਟੇ ਰਾਹ ਨੂੰ ਜਿਹੜਾ ਚੂਜ਼ ਕਰਨ ਲਈ ਕਾਹਲੀ ਕਰ ਜਾਂਦਾ ਹੈ। ਅਗਲੀ ਗੱਲ ਵੱਲ ਵੱਧਦੇ ਹਾਂ ਬਾਪੂ ਜੀ। ਜਿਹੜਾ ਇੱਕ ਸਾਖੀਆਂ ਦੇ ਵਿੱਚ ਚਰਚਾ ਕੀਤਾ ਜਾਂਦਾ ਕਿ ਚਰਵਾਹੇ ਨੂੰ ਛੋਲਿਆਂ ਦੀ ਮੁੱਠ ਬਦਲੇ ਉਹਨੂੰ ਬਾਦਸ਼ਾਹੀ ਦੇਤੀ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ, ਇਹਦੇ ਬਾਰੇ ਥੋੜਾ ਚਰਚਾ ਜਿਹੜਾ ਜੀ ਸੰਗਤਾਂ ਦੇ ਨਾਲ ਕਰਿਓ। ਗੁਰੂ ਨਾਨਕ ਸਾਹਿਬ ਨਾਮ ਪਿੰਡਾਂ ਦੇ ਤਕਰੀਬਨ ਨਹੀਂ ਲਿਖੇ ਬਹੁਤੀ ਵਾਰੀ ਸਾਖੀਆਂ ਵਾਲਿਆਂ ਨੇ, ਕਿਉਂਕਿ ਉਹਨਾਂ ਸਾਖੀਆਂ ਵਾਲਿਆਂ ਕੋਲ ਅਸਲ ਦੇ ਵਿੱਚ ਸਾਧਨ ਹੈ ਨਹੀਂ ਸੀ ਕੋਈ ਵੀ। ਜਦੋਂ ਗੁਰੂ ਨਾਨਕ ਸਾਹਿਬ ਸਾਰੇ ਕਿਤੇ ਦੌਰਾ ਕਰਿਆ ਏ, ਉਹਨਾਂ ਨੇ ਕੋਈ ਆਪਣੀ ਡਾਇਰੀ ਤਾਂ ਅਜਿਹੀ ਪਿੰਡਾਂ ਵਾਲੀ ਯਾਤਰਾ ਦੇ ਵਿੱਚ ਜਿਹੜੇ ਪਿੰਡ ਆਏ ਨੇ, ਜਿਹੜੇ ਲੋਕ ਮਿਲੇ ਨੇ, ਉਹਨਾਂ ਦੇ ਨਾਮ ਥਾਮ ਆਦਿਕ ਗੁਰੂ ਨਾਨਕ ਸਾਹਿਬ ਕੋਲੇ ਰੁਝੇਵੇਂ ਸ਼ਾਇਦ ਇੰਨੇ ਸੀ ਕਿ ਉਹ ਇੰਨਾ ਕੁਛ ਨਾ ਲਿਖ ਸਕੇ। ਦੂਜਾ ਹੋ ਸਕਦਾ ਹੈ ਕਿ ਲਿਖਿਆ ਹੋਵੇ ਉਹਨਾਂ ਨੇ ਇੰਨਾ ਕੁਛ, ਪਰ ਬਾਅਦ ਦੇ ਵਿੱਚ ਨਸ਼ਟ ਹੋ ਗਿਆ ਹੋਵੇ, ਸੰਭਾਲ ਨਾ ਹੋ ਸਕੀ ਹੋਵੇ ਉਹਨਾਂ ਚੀਜ਼ਾਂ ਦੀ ਜੀ। ਤੇ ਉਹ ਸਾਡੇ ਕੋਲੇ ਨਾਮ ਅਤੇ ਥਾਮ ਤਾਂ ਬਹੁਤ ਘੱਟ ਪਹੁੰਚੇ ਨੇ, ਪਰ ਉਹ ਘਟਨਾਵਾਂ ਕੁਝ ਹੱਦ ਤੱਕ ਸੁਣੀਆਂ ਸੁਣਾਈਆਂ ਅੱਗੇ ਚੱਲਦੀਆਂ ਰਹੀਆਂ, ਸੀਨਾ ਬਸੀਨਾ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹ ਸਾਖੀਆਂ ਦਾ ਰੂਪ ਲੈ ਗਈਆਂ ਨੇ। ਤੇ ਉਦੋਂ ਮਨੋਰੰਜਨ ਦਾ ਸਾਧਨ ਵੀ, ਸਿੱਖਿਆ ਦਾ ਸਾਧਨ ਵੀ, ਤੇ ਗੁਰੂ ਨਾਨਕ ਸਾਹਿਬ ਦੀ ਵੱਡੀ ਸ਼ਖਸੀਅਤ ਵੀ ਇੰਨੀ ਭਾਰੂ ਸੀ ਕਿ ਹਰ ਕੋਈ ਉਹਦੇ ਨਾਲ ਸੰਬੰਧਿਤ ਗੱਲ ਨੂੰ ਧਿਆਨ ਨਾਲ ਸੁਣਦਾ ਸੀ, ਭਾਵੇਂ ਉਹ ਸੱਚੀ ਹੈ ਤੇ ਭਾਵੇਂ ਝੂਠੀ ਹੈ। ਲੋਕਾਂ ਨੂੰ ਇੰਨਾ ਪਤਾ ਨਹੀਂ ਸੀ ਕਿ ਸੱਚੀ ਹੈ ਕਿ ਝੂਠੀ ਹੈ ਜੀ। ਤੋਂ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਇੱਕ ਪਿੰਡ ਦੇ ਬਾਹਰ ਕਿਤੇ ਜਾ ਕੇ ਰੁਕ ਗਏ। ਉੱਥੇ ਇੱਕ ਪਾਲੀ ਡੰਗਰ ਚਾਰਦਾ ਸੀ। ਉਸ ਪਾਲੀ ਨੂੰ ਉਹਨਾਂ ਨੇ ਕਿਹਾ, ਮਰਦਾਨੇ ਨੇ, ਕਿ ਸਾਨੂੰ ਤਾਂ ਪ੍ਰਸ਼ਾਦਾ ਚਾਹੀਦਾ। ਪਹਿਲਾਂ ਤਾਂ ਉਹ ਨਾ ਨੁੱਕਰ ਕਰਦਾ ਰਿਹਾ, ਤੇ ਉਸ ਤੋਂ ਬਾਅਦ ਜਦੋਂ ਉਹਨੂੰ ਇਹ ਮਹਿਸੂਸ ਹੋ ਗਿਆ ਕਿ ਤਾਂ ਬਹੁਤ ਨੇਕ ਸਾਧੂ ਲੱਗਦੇ ਨੇ, ਉਹ ਕਹਿੰਦਾ ਜੀ ਪਿੰਡ ਚੋਂ ਪ੍ਰਸ਼ਾਦਾ ਲਿਆਣਾ ਤਾਂ ਮੇਰੇ ਵਾਸਤੇ ਔਖਾ ਹੈ, ਮੇਰੀਆਂ ਗਾਈਆਂ ਮੱਝਾਂ ਨੂੰ, ਭੇਡਾਂ ਬੱਕਰੀਆਂ ਨੂੰ ਕੌਣ ਸੰਭਾਲੇਗਾ। ਮੈਂ ਤੁਹਾਨੂੰ ਇੱਥੇ ਹੀ ਛੋਲੇ ਪੱਟ ਕੇ, ਜਿਹਨੂੰ ਉਹਦਾ ਫਲ ਹੁੰਦਾ ਛੋਲਿਆਂ ਦਾ, ਉਹਨੂੰ ਹੋਲਾਂ ਕਹਿੰਦੇ ਨੇ ਜੀ, ਉਹ ਹੋਲਾਂ ਭੁੰਨ ਕੇ, ਅੱਗ ਬਾਲ ਕੇ ਹੋਲਾਂ ਭੁੰਨ ਕੇ ਵਧੀਆ ਖਾਣ ਯੋਗੀਆਂ ਬਣਾ ਕੇ ਗੁਰੂ ਸਾਹਿਬ ਦੇ ਅੱਗੇ, ਮਰਦਾਨਾ ਜੀ ਦੇ ਅੱਗੇ ਰੱਖ ਦਿੱਤੀਆਂ।
ਉਹਨਾਂ ਨੇ ਛਕੀਆਂ ਤੇ ਉਹ ਇੱਕ ਮੁੱਠ ਜਿਹੜੀ ਹੋਲਾਂ ਦੀ ਸੀ ਉਹਦੇ ਵੱਟੇ ਗੁਰੂ ਸਾਹਿਬ ਇੰਨੇ ਖੁਸ਼ ਹੋਏ ਉਹਦੀ ਸੇਵਾ ਤੋਂ ਕਿ ਉਹਨੂੰ ਬਾਦਸ਼ਾਹੀ ਬਖਸ਼ ਦਿੱਤੀ ਕਿ ਭਾਈ ਤੈਨੂੰ ਅਗਲੇ ਜਨਮ ਦੇ ਵਿੱਚ ਤੂੰ ਰਾਜਾ ਬਣੇਗਾ, ਏਡਾ ਤੂੰ ਨੇਕ ਇਨਸਾਨ ਹੈ, ਪਰਉਪਕਾਰੀ ਹੈ, ਤੂੰ ਰਾਜਾ ਬਣੇਗਾ। ਹੁਣ ਜਿਹੜੀਆਂ ਇਹ ਚੀਜ਼ਾਂ ਨੇ ਨਾ, ਵੇਖਣਾ ਤਾਂ ਅਸੀਂ ਇਹ ਸੀ ਕਿ ਗੁਰੂ ਸਾਹਿਬ ਆਮ ਇਨਸਾਨ ਨੂੰ ਬਾਦਸ਼ਾਹਤ ਵੱਲ ਤੋਰ ਰਹੇ ਸਨ ਜੀ ਕਿ ਤੁਸੀਂ ਜੇ ਨੇਕ ਕੰਮ ਕਰੋਗੇ, ਰਲ ਮਿਲ ਕੇ ਚੱਲੋਗੇ, ਭੈਣਾਂ ਭਾਈਆਂ ਦੀ ਸੰਭਾਲ ਕਰੋਗੇ ਤੇ ਤੁਸੀਂ ਉਦਮੀ ਮਿਹਨਤੀ ਹੋਵੋਗੇ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਬਾਦਸ਼ਾਹ ਵੀ ਬਣ ਸਕਦੇ ਹੋ। ਤੁਸੀਂ ਚਰਵਾਹੇ ਹੀ ਨਹੀਂ ਰਹੋਗੇ, ਹੋਰ ਬਹੁਤ ਕੋਈ ਤਰੱਕੀ ਦੇ ਜਿਹੜੇ ਸਾਧਨ ਨੇ ਤੁਸੀਂ ਪੈਦਾ ਕਰ ਸਕਦੇ ਹੋ, ਅੱਗੇ ਵੱਧ ਸਕਦੇ ਹੋ ਜੀ। ਤਾਂ ਇਹ ਸਮਝਾਉਣ ਦੀ ਥਾਂ ਤੇ ਸਾਨੂੰ ਦਾਨ ਪੁੰਨ ਵਾਲੇ ਪਾਸੇ ਜੋੜ ਦਿੱਤਾ ਕਿ ਇੱਕ ਮੁੱਠ ਛੋਲਿਆਂ ਦੀ, ਹੋਲਾਂ ਦੀ ਇੱਕ ਪਾਲੀ ਨੇ, ਡੰਗਰ ਚਾਰਨ ਵਾਲੇ ਨੇ, ਉਹ ਗੁਰੂ ਨਾਨਕ ਸਾਹਿਬ ਨੂੰ ਅਰਪਣ ਕੀਤੀ। ਭਾਈ ਭੇਟਾ ਤਾਂ ਦਾਨ ਤਾਂ ਦੇਖ ਲਓ ਰਾਜਸ਼ਾਹੀਆਂ ਬਾਦਸ਼ਾਹੀਆਂ ਦਵਾ ਦਿੰਦਾ ਹੈ, ਤੁਸੀਂ ਵੀ ਸਾਧ ਸੰਗਤ ਜੀ ਦਾਨ ਕਰਿਆ ਕਰੋ। ਇਹ ਦਾਨ ਲੈਣ ਵਾਲਿਆਂ ਨੇ ਸਾਖੀ ਨੂੰ ਇਉਂ ਮੋੜਾ ਦੇਤਾ, ਜਦੋਂ ਕਿ ਅਸਲੀਅਤ ਇਹ ਸੀ ਗੁਰੂ ਨਾਨਕ ਸਾਹਿਬ ਲੋਕਾਂ ਨੂੰ ਅਕਲਮੰਦ ਬਣਾ ਕੇ ਰਲ ਮਿਲ ਕੇ ਰਹਿਣਾ, ਗਿਆਨਵਾਨ ਹੋਣਾ ਤੇ ਸਮਾਜ ਸੁਧਾਰਕ ਹੋਣਾ, ਇਸ ਰਾਹ ਤੇ ਤੁਰ ਰਹੇ ਸੀ। ਤੇ ਇਹਦਾ ਨਤੀਜਾ ਬਹੁਤ ਹੱਦ ਤੱਕ ਅੱਜ ਵੀ ਵੇਖ ਸਕਦੇ ਹਾਂ ਕਿ ਭਾਰਤ ਦੇ ਵਿੱਚ ਜੋ ਸੂਬੇ ਅੱਜ ਤੱਕ ਵੀ ਪਛੜੇ ਹੋਏ ਨੇ ਬਹੁਤ ਜ਼ਿਆਦਾ, ਭਾਵੇਂ ਪੰਜਾਬ ਉਹਨਾਂ ਅੱਗੇ ਤਾਂ ਨਹੀਂ ਵੱਧ ਸਕਿਆ ਪਰ ਉਹਨਾਂ ਸੂਬਿਆਂ ਨਾਲੋਂ ਅਜੇ ਵੀ ਅੱਗੇ ਹੈ। ਇਹ ਗੁਰੂ ਦੀ ਕਿਰਪਾ, ਗੁਰੂ ਦੇ ਪ੍ਰਚਾਰ ਦੇ ਨਾਲ ਇਹੋ ਜਿਹਾ ਇੱਥੇ ਵਾਪਰਿਆ, ਨਹੀਂ ਤਾਂ ਇੱਥੇ ਵੀ ਉਹੀ ਕੁਝ ਹੋਣਾ ਸੀ। ਬਿਲਕੁਲ ਠੀਕ ਹੈ ਜੀ। ਸੰਗਤਾਂ ਯਾਦ ਰੱਖਣ ਵੀ ਨਾਮਰਤ ਤੇ ਜਿਹੜੇ ਪਾਤਸ਼ਾਹ ਹੈਗੇ ਆ ਉਹ ਕਿਸ ਤਰੀਕੇ ਦੇ ਹੋਣਗੇ, ਜਿਹੜੇ ਸੱਚ ਦੇ ਗਿਆਨ ਦੇ ਬਾਦਸ਼ਾਹ ਹੋਣਗੇ। ਉਹਨਾਂ ਨੇ ਹਮੇਸ਼ਾ ਆਪਣੀ ਸੁਰਤ ਨੂੰ ਉੱਚਾ ਰੱਖ ਕੇ ਹਮੇਸ਼ਾ ਚੰਗੀ ਰਾਏ, ਚੰਗਾ ਫਲਸਫਾ ਲੈ ਕੇ ਚੱਲਣਾ, ਜ਼ਿੰਦਗੀ ਦੇ ਵਿੱਚ ਚੰਗੇ ਤਜਰਬੇ ਕਰਨੇ ਆ। ਅਗਲੀ ਗੱਲ ਹੈ ਜੀ, ਕਿਤੇ ਅਸੀਂ ਕਹਾਣੀਆਂ ਦੇ ਵਿੱਚੋਂ ਇਹ ਵੀ ਪੜ੍ਹਦੇ ਆ ਕਿ ਮੋਹਰਾਂ ਦੇ ਜਿਹੜੇ ਕੋਲੇ ਬਣਾ ਦਿੱਤੇ, ਬਾਬੇ ਨੂੰ ਹਰ ਥਾਂ ਤੇ ਚਮਤਕਾਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਝੂਠੇ ਲਿਖਾਰੀਆਂ ਦੇ ਵੱਲੋਂ, ਤੇ ਸੂਲੀ ਦੀ ਸੂਲ ਬਣਾਉਣ ਦੇ ਅਜਿਹੀਆਂ ਵੀ ਕੁਝ ਜਿਹੜੀਆਂ ਸਟੋਰੀਆਂ ਨੇ, ਉਹਦੇ ਬਾਰੇ ਆਪ ਜੀ ਕਿਰਪਾ ਕਰਕੇ ਚਾਨਣਾ ਪਾਓ ਜੀ। ਹਾਂ, ਉਹ ਗੱਲ ਤਾਂ ਬਹੁਤ ਮਸ਼ਹੂਰ ਹੈ ਇਹ ਕਿ ਗੁਰੂ ਸਾਹਿਬ ਕੋਲੇ ਦੋ ਸੇਵਕ ਆਏ, ਉਹ ਪਹਿਲਾਂ ਲੜਦੇ ਸੀ। ਇੱਕ ਤਾਂ ਕਹਿੰਦਾ ਸੀ ਮੈਂ ਤਾਂ ਵੇਸ਼ਵਾਵਾਂ ਦੇ ਅੱਡਿਆਂ ਤੇ ਜਾਣਾ, ਦੂਜਾ ਕਹਿੰਦਾ ਮੈਂ ਤਾਂ ਭਗਤੀ ਕਰਦਾ ਹੁੰਨਾ। ਤੇ ਹੌਲੀ ਕੁਝ ਸਮਾਂ ਉਹਨਾਂ ਦਾ ਬੀਤ ਗਿਆ। ਬਾਅਦ ਦੇ ਵਿੱਚ ਉੱਥੇ ਗੁਰੂ ਨਾਨਕ ਸਾਹਿਬ ਤੇ ਮਰਦਾਨਾ ਜੀ ਪਹੁੰਚ ਗਏ। ਉਹ ਕਹਿਣ ਲੱਗੇ ਵੀ ਚਲੋ ਅੱਜ ਇੱਥੇ ਸੁਣਿਆ ਜਾਂਦਾ ਹੈ ਕਿ ਬਹੁਤ ਵੱਡੇ ਮਹਾਤਮਾ ਆਏ ਨੇ, ਬਾਬਾ ਨਾਨਕ ਜੀ, ਉਹਨਾਂ ਤੋਂ ਆਪਾਂ ਨਿਸਤਾਰਾ ਕਰਵਾ ਲਈਏ ਕਿ ਮੈਂ ਠੀਕ ਹਾਂ ਕਿ ਤੂੰ ਠੀਕ ਹੈ। ਉਹ ਜਿਹੜਾ ਵੇਸ਼ਵਾ ਗਮਨੀ ਕਰਨ ਵਾਲਾ ਸੀ ਉਹ ਕਹਿਣ ਲੱਗਿਆ ਮੈਂ ਇੰਨੇ ਮਾੜੇ ਕੰਮ ਕੀਤੇ ਨੇ, ਦੇਖਾਂ ਮੇਰਾ ਕੀ ਵਿਗੜ ਜੂਗਾ। ਦੂਜਾ ਕਹਿੰਦਾ ਤੈਨੂੰ ਧਰਮ ਕੀਤਾ, ਤੂੰ ਨਾਮ ਸਿਮਰਨ ਕੀਤਾ ਤੇ ਤੇਰਾ ਕੀ ਸਮਝ ਜੂਗਾ। ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਕੋਲੇ ਗਏ ਤੇ ਜਿਹੜਾ ਬੰਦਾ ਸੀ ਉਹ ਵੇਸ਼ਵਾ ਗਮਨੀ ਦੇ ਅੱਡਿਆਂ ਤੇ ਜਾਣ ਵਾਲਾ, ਉਹਨੂੰ ਉੱਥੇ ਗੁਰੂ ਨਾਨਕ ਸਾਹਿਬ ਨੇ ਕੋਲੇ ਆਉਣ ਤੋਂ ਬਾਅਦ ਕੁਝ ਪਰੇ ਭੇਜ ਦਿੱਤਾ। ਕਹਿੰਦਾ ਉੱਥੇ ਧਰਤੀ ਖੋਦ ਜਾ ਕੇ। ਉਹਨੇ ਧਰਤੀ ਖੋਦੀ, ਧਰਤੀ ਖੋਦਦਾ ਰਿਹਾ ਤੇ ਵਿੱਚੋਂ ਇੱਕ ਸੋਨੇ ਦੀ ਮੋਹਰ ਨਿਕਲ ਆਈ ਤੇ ਉਹਨੇ ਹੋਰ ਖੋਦੀ ਤਾਂ ਵਿੱਚੋਂ ਅੱਗੋਂ ਕੋਲੇ ਨਿਕਲਣ ਲੱਗ ਪਏ। ਘੜਾ ਵਗੈਰਾ ਦੱਬਿਆ ਹੋਇਆ ਸੀ, ਉਹ ਚੋਂ ਕੋਲੇ ਨਿਕਲੀ ਗਏ। ਉਹ ਕਾਫੀ ਕੋਲੇ ਨਿਕਲੇ ਤੇ ਇੱਕ ਮੋਹਰ ਲੈ ਕੇ ਵਾਪਸ ਆ ਗਿਆ ਤੇ ਦੂਜੇ ਨੂੰ ਵੀ ਭੇਜਤਾ ਸੀ ਗੁਰੂ ਨਾਨਕ ਸਾਹਿਬ ਨੇ ਕਿ ਵੀ ਤੂੰ ਵੀ ਉਧਰ ਜਾ ਕੇ ਆ। ਉਹਦੇ ਉੱਥੇ ਸੂਲ ਖੁੱਭ ਗਈ ਪੈਰ ਦੇ ਵਿੱਚ ਤੇ ਆ ਕੇ ਦੋਵੇਂ ਪੁੱਛਦੇ ਨੇ ਕਿ ਮਹਾਰਾਜ ਮੈਂ ਤਾਂ ਭਗਤੀ ਕਰਦਾ ਸੀ, ਰੱਬ ਨੂੰ ਯਾਦ ਕਰਦਾ ਸੀ, ਮੇਰੇ ਤਾਂ ਸੂਲ ਖੁੱਭ ਗਈ। ਇਹ ਬੜਾ ਭੈੜਾ ਬੰਦਾ ਹੈ, ਮਾੜੇ ਕੰਮ ਕਰਨ ਵਾਲਾ ਹੈ ਤੇ ਇਹਨੂੰ ਇੱਕ ਮੋਹਰ ਲੱਭ ਗਈ। ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਦੋਵਾਂ ਨੂੰ ਸਮਝਾਇਆ ਕਿ ਇਹਨੇ ਤਾਂ ਬਾਦਸ਼ਾਹ ਬਣਨਾ ਸੀ ਦੇਸ਼ ਦਾ, ਜਿਹੜੇ ਦਾ ਇੱਕ ਮੋਹਰਾਂ ਦਾ ਭਰਿਆ ਹੋਇਆ ਇੱਥੇ ਬਰਤਨ ਐਡਾ ਵੱਡਾ, ਇਹ ਤਾਂ ਮਿਲਣਾ ਸੀ, ਇਹ ਤਾਂ ਹੋਰ ਅੱਗੇ ਰਾਜਾ ਤੱਕ ਵੀ ਬਣਨਾ ਸੀ। ਇਹਨੇ ਆਪਣੇ ਮਾੜੇ ਕੰਮ ਕਰਕੇ ਉਹ ਜਿਹੜੀਆਂ ਅਸਰਫੀਆਂ ਸੀ, ਮੋਹਰਾਂ ਸੀ ਸੋਨੇ ਦੀਆਂ, ਉਹ ਕੋਲੇ ਬਣ ਗਏ ਤੇ ਇੱਕੋ ਦਿਨ ਥੋੜਾ ਜਿਹਾ ਰੱਬ ਨੂੰ ਯਾਦ ਕੀਤਾ ਸੀ, ਇੱਕੋ ਮੋਹਰ ਇਹਦੇ ਕੋਲੇ ਰਹਿ ਗਈ, ਬਾਕੀ ਸਾਰਾ ਕੁਝ ਇਹਨੇ ਬਰਬਾਦ ਕਰ ਲਿਆ ਜੀ। ਤੂੰ ਕਿਉਂਕਿ ਅੱਜ ਦੇ ਦਿਨ ਤੂੰ ਫਾਂਸੀ ਲੱਗਣਾ ਸੀ, ਤੂੰ ਬਹੁਤ ਮਾੜੇ ਕੰਮ ਵੀ ਕਰਦਾ ਰਿਹਾ। ਅੱਜ ਤੇਰੀ ਉਹ ਜਿਹੜੀ ਸੂਲ ਜਿਹਨੂੰ ਕੰਡਾ ਕਹਿੰਦੇ ਆ, ਇਹ ਕੰਡਾ ਖੁੱਭ ਗਿਆ, ਇਹਨੂੰ ਸੂਲ ਕਹਿੰਦੇ ਨੇ। ਸੂਲੀ ਦੀ ਥਾਂ ਤੇ, ਫਾਂਸੀ ਦੀ ਥਾਂ ਤੇ ਤੇਰਾ ਖੜਾ ਛੁੱਟ ਗਿਆ ਇੱਕ ਕੰਡਾ ਲੱਗ ਕੇ। ਹੁਣ ਇਹ ਸਾਖੀ ਸੁਣਾ ਤਾਂ ਦਿੰਦੇ ਆ ਆਪਾਂ, ਭਾਵਨਾ ਤਾਂ ਇਹ ਹੈ ਕਿ ਕਿਸੇ ਵੀ ਬੰਦੇ ਦਾ ਭਵਿੱਖ ਹੈ ਉਹਦੇ ਕੰਮਾਂ ਤੇ ਨਿਰਧਾਰਤ ਹੈ। ਜਿਹੜਾ ਬੰਦਾ ਬੁਰੇ ਕੰਮ ਕਰਦਾ ਹੈ, ਵੇਸ਼ਵਾ ਗਮਨੀ ਆਦਿਕ ਦੇ ਵਿੱਚ ਘਰ ਉਜਾੜਦਾ ਹੈ, ਉਹਦਾ ਭਵਿੱਖ, ਉਹਦਾ ਘਰ, ਉਹਦਾ ਪੈਸਾ, ਉਹ ਸਾਰਾ ਕੁਝ ਬਰਬਾਦ ਹੁੰਦਾ ਹੈ, ਤਬਾਹ ਹੁੰਦਾ ਹੈ, ਉਹਦੀ ਜ਼ਿੰਦਗੀ ਖਤਮ ਹੁੰਦੀ ਹੈ। ਗੱਲ ਤਾਂ ਇਹ ਸਮਝਾਉਣੀ ਸੀ ਕਿ ਤੁਹਾਡਾ ਭਵਿੱਖ, ਤੁਹਾਡੀ ਜ਼ਿੰਦਗੀ ਕੋਲੇ ਬਣ ਰਹੀ ਹੈ, ਸੜ ਰਹੀ ਹੈ, ਬਰਬਾਦ ਹੋ ਰਹੇ ਹੋ ਤੁਸੀਂ। ਬਿਲਕੁਲ। ਤੇ ਜਿਹੜਾ ਬੰਦਾ ਨੇਕੀ ਦੇ ਰਾਹ ਤੇ ਚੱਲ ਰਿਹਾ ਉਹ ਆਪਣੀਆਂ ਬੁਰਾਈਆਂ ਨੂੰ ਖਤਮ ਕਰਕੇ ਹੌਲੀ ਹੌਲੀ ਅੱਗੇ ਵਧ ਰਿਹਾ ਤੇ ਜਿਹੜਾ ਮਾੜੇ ਕੰਮ ਕਰਦਾ ਅੱਗੇ ਵਧਿਆ ਹੋਇਆ ਵੀ ਉਹ ਥੱਲੇ ਡਿੱਗ ਰਿਹਾ। ਇਹ ਗੱਲ ਸਮਝਾਉਣ ਦੀ ਥਾਂ ਤੇ ਅੱਜ ਸਾਡੇ ਜਿਹੜੇ ਆਲਾ ਦੁਆਲਾ ਹੈ
ਕਿ ਭਾਈ ਆਪਣੇ ਆਪ ਨੂੰ ਬਚਾਓ, ਆਪਣੇ ਆਪ ਨੂੰ ਸੰਭਾਲੋ, ਆਪਣੀ ਜ਼ਿੰਦਗੀ ਨੂੰ ਕੋਲੇ ਨਾ ਬਣਾਓ। ਇਹ ਤੁਹਾਡੀ ਜ਼ਿੰਦਗੀ ਸੋਨੇ ਵਰਗੀ ਹੈ, ਇਹਨੂੰ ਤੁਸੀਂ ਇਸ ਤਰ੍ਹਾਂ ਬਰਬਾਦ ਨਾ ਕਰੋ ਤੇ ਨੇਕੀ ਦੇ ਰਾਹ ਤੇ ਚੱਲੋਗੇ। ਤੁਹਾਡੀਆਂ ਮੁਸ਼ਕਲਾਂ, ਤੁਹਾਡੀਆਂ ਫਾਂਸੀਆਂ ਤੇ ਤੁਹਾਡੇ ਫੰਦੇ ਤੇ ਤੁਹਾਡੀਆਂ ਬੁਰਾਈਆਂ, ਤੁਹਾਡੀਆਂ ਬਿਮਾਰੀਆਂ, ਇਹ ਸਾਰੀਆਂ ਖਤਮ ਹੋ ਸਕਦੀਆਂ ਨੇ ਜੇਕਰ ਤੁਸੀਂ ਭਲੇ ਕੰਮ ਕਰੋਗੇ ਤੇ ਆਪਣੇ ਆਪ ਦੀ ਸੰਭਾਲ ਕਰੋਗੇ। ਇਹ ਸਾਖੀ ਘੱਟੋ ਘੱਟ ਮੈਂ ਸਾਰੀ ਜ਼ਿੰਦਗੀ 'ਚ ਬਹੁਤ ਵਾਰੀ ਸੁਣੀ ਆ, ਪਰ ਇਹਦਾ ਰਿਜ਼ਲਟ ਹਮੇਸ਼ਾ ਗਲਤ ਸਾਨੂੰ ਸੁਣਾਇਆ ਜਾਂਦਾ ਕਿ ਜਿਹੜਾ ਮਾੜੇ ਕੰਮਾਂ ਵਾਲਾ ਭਾਈ ਐ ਹੁੰਦਾ ਹੈ ਤੇ ਦਾਨ ਕਰਨ ਵਾਲਾ ਭਾਈ ਐ ਹੁੰਦਾ ਹੈ। ਇਹ ਕਹਾਣੀਆਂ ਸੁਣਾ ਕੇ ਸਾਨੂੰ ਕੁਰਾਹੇ ਪਾਇਆ ਜਾਂਦਾ। ਹਾਂਜੀ, ਕਿਉਂਕਿ ਬਿਲਕੁਲ ਸਾਡਾ ਤਾਂ ਕੰਸਰਨ ਜਿਹੜਾ, ਨਾ ਤਾਂ ਜਿਵੇਂ ਆਪਾਂ ਚਰਵਾਹੇ ਦੀ ਗੱਲ ਕੀਤੀ ਹੈ ਵੀ ਅਗਲੇ ਜਨਮ ਦੇ ਵਿੱਚ ਬਾਦਸ਼ਾਹ ਬਣੇਗਾ, ਨਾ ਤਾਂ ਗੁਰਬਾਣੀ ਸਰੋਤਿਓ ਅਗਲੇ ਜਨਮ ਨੂੰ ਮੰਨਦੀ ਹੈ ਕਿ ਤੁਸੀਂ ਅਗਲੇ ਜਨਮ ਦੇ ਵਿੱਚ ਕੀ ਹੋਵੋਗੇ, ਨਾ ਪਿਛਲੇ ਤੋਂ ਅਗਲੇ ਦੀ ਗੱਲ ਛੱਡ ਕੇ ਜਦੋਂ ਅਸੀਂ ਆਪਣੇ ਜੀਵਨ ਦੀ ਸਮਝ ਲੈਣ ਜੋਗੇ ਹੋ ਜਾਂਦੇ ਆ, ਸਮਝ ਲੈਣ ਤੋਂ ਲੈ ਕੇ ਮਰਨ ਤੱਕ ਜੇਕਰ ਅਸੀਂ ਚੰਗੇ ਅਸੂਲਾਂ ਦੀ ਜ਼ਿੰਦਗੀ ਜੀ ਜਾਈਏ, ਉਹੀ ਕਾਫੀ ਹੈ। ਇਸ ਕਰਕੇ ਨਾ ਪਿੱਛੇ ਵੱਲੀ ਦੇਖੋ, ਨਾ ਆਉਣ ਵਾਲੀ ਵੱਲੀ ਦੇਖੋ। ਇਹ ਯਾਦ ਰੱਖੋ, ਜਦੋਂ ਬਾਬਾ ਕਬੀਰ ਜੀ ਇਹਨਾਂ ਤੁਹਾਨੂੰ ਸਮਝਾ ਦਿੰਦੇ ਆ, ਕਹਿ ਦਿੰਦੇ ਆ ਕਿ ਇਹ ਜਿਹੜਾ ਜਨਮ ਹੈ ਇੱਕ ਵਾਰ ਹੋਏ ਨਾ 12 ਵਾਰ ਕਹਿ ਦਿੱਤਾ, ਤਾਂ ਇੰਨੀ ਗੱਲ ਸਾਨੂੰ ਪਕੜ ਵਿੱਚ ਆ ਜਾਣੀ ਚਾਹੀਦੀ ਸੀ ਕਬੀਰ ਵਰਗਿਆਂ ਦੀ ਵੀ। ਅੱਗੇ ਜਿਹੜੀ ਗੱਲ ਹੈ ਜੀ, ਅਸਾਮ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਪਹੁੰਚਦੇ ਆ ਤੇ ਉੱਥੇ ਜਾਦੂਗਰਨੀਆਂ ਦੀ ਗੱਲ ਕੀਤੀ ਜਾਂਦੀ ਹੈ, ਜਿਨ੍ਹਾਂ ਦੀ ਮਤਲਬ ਇੱਕ ਸਪੈਸ਼ਲ ਜੋ ਨਾਮ ਲਿਆ ਜਾਂਦਾ ਉਹ ਨੂਰ ਸ਼ਾਹ। ਉਹ ਜਾਦੂਗਰਨੀ ਕਿਤੇ ਸਿਰ ਤੇ ਘੜਾ ਚਿਪਕ ਜਾਣਾ, ਕਿਤੇ ਮਰਦਾਨਾ ਜੀ ਨੂੰ ਭੇਡੂ ਬਣਾ ਦੇਣਾ, ਗੁਰੂ ਪਾਤਸ਼ਾਹ ਦਾ ਸ਼ਬਦ ਉਚਾਰ ਕੇ ਉਹਨਾਂ ਦਾ ਜੀਵਨ ਬਦਲਣ ਦਾ ਸੱਚ। ਇਸ ਕਹਾਣੀ ਦੇ ਵਿੱਚ ਕੀ ਕੁਝ ਜਿਹੜਾ ਜੀ ਉਹ ਉਲਟਾ ਪੁਲਟਾ ਗੁਰੂ ਪਾਤਸ਼ਾਹ ਦੇ ਨਾਮ ਨਾਲ ਜੋੜਿਆ ਗਿਆ, ਉਹਨਾਂ ਦੇ ਜੀਵਨ ਨਾਲ ਜੋੜਿਆ ਗਿਆ। ਇੱਕ ਮੈਂ ਹੈਰਾਨ ਹੋਇਆ ਤੇ ਡਾਕਟਰ ਕਿਰਪਾਲ ਸਿੰਘ ਜਿਨ੍ਹਾਂ ਨੇ ਇਹਨਾਂ ਜਨਮ ਸਾਖੀਆਂ ਨੂੰ ਇੱਕ ਥਾਂ ਤੇ ਇਕੱਠਾ ਕੀਤਾ ਹੈ, ਸੰਪਾਦਨਾ ਕੀਤੀ ਹੈ ਤੇ ਕਈ ਥਾਵਾਂ ਤੇ ਟਿੱਪਣੀਆਂ ਕੀਤੀਆਂ ਨੇ, ਹਵਾਲੇ ਦਿੱਤੇ ਹੋਏ ਨੇ। ਕੋਈ ਸ਼ੱਕ ਨਹੀਂ ਕਿ ਡਾਕਟਰ ਕਿਰਪਾਲ ਸਿੰਘ ਨੇ ਮਿਹਨਤ ਬਹੁਤ ਕੀਤੀ ਹੈ, ਪਰ ਕਈਆਂ ਥਾਵਾਂ ਤੇ ਉਹ ਵੀ ਟਪਲੇ ਖਾਂਦਾ ਨਜ਼ਰ ਆਉਂਦਾ ਹੈ। ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਹਰੇਕ ਬੰਦਾ 100% ਸੰਪੂਰਨ ਹੋ ਹੀ ਨਹੀਂ ਸਕਦਾ, ਕਿਤੇ ਨਾ ਕਿਤੇ ਕਮੀਆਂ ਸਾਡੋਂ ਸਾਰਿਆਂ ਤੋਂ ਰਹਿ ਜਾਂਦੀਆਂ ਨੇ। ਉਹਦਾ ਆਉਣ ਵਾਲੇ ਸਮੇਂ 'ਚ ਸੁਧਾਰ ਹੁੰਦਾ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਡਾਕਟਰ ਕਿਰਪਾਲ ਸਿੰਘ ਲਿਖਦਾ ਹੈ, ਕਹਿਣ ਲੱਗਿਆ ਬਾਲੇ ਵਾਲੀ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਤੇ ਬਲੈਤ ਵਾਲੀ ਜਨਮ ਸਾਖੀ, ਤੇ ਇਹਨਾਂ ਸਾਰੀਆਂ ਜਨਮ ਸਾਖੀਆਂ 'ਚ ਮਰਦਾਨੇ ਦਾ ਭੇਡੂ ਹੋਣਾ ਲਿਖਿਆ ਹੋਇਆ ਹੈ। ਇਹਦਾ ਮਤਲਬ ਜਦੋਂ ਇੰਨੀਆਂ ਵੋਟਾਂ ਪੈ ਜਾਣ, ਭਾਵ ਕਿ ਚਾਰੇ ਜਨਮ ਸਾਖੀਆਂ ਵਾਲੇ ਕਹਿੰਦੇ ਨੇ ਕਿ ਮਰਦਾਨਾ ਭੇਡੂ ਬਣਿਆ, ਤਾਂ ਕਹਿੰਦਾ ਫਿਰ ਸਾਨੂੰ ਮੰਨ ਲੈਣਾ ਚਾਹੀਦਾ ਵੀ ਹਾਂ ਭੇਡੂ ਬਣਿਆ। ਠੀਕ ਹੈ ਜੀ, ਮਤਲਬ ਆਹ ਦਲੀਲ ਦੇ ਰਿਹਾ ਡਾਕਟਰ ਕਿਰਪਾਲ ਸਿੰਘ। ਹੈਰਾਨੀ ਹੁੰਦੀ ਹੈ ਕਿ ਜੇ ਸਾਰੇ ਲੋਕ ਝੂਠ ਬੋਲਦੇ ਨੇ ਤਾਂ ਗੁਰੂ ਨਾਨਕ ਸਾਹਿਬ ਤਾਂ ਸਾਰੀ ਦੁਨੀਆ ਦੇ ਅੱਗੇ ਅੜ ਕੇ ਖਲੋਗੇ ਕਿ ਤੁਸੀਂ ਭਾਵੇਂ ਸਾਰੇ ਇੱਕ ਪਾਸੇ ਹੋ ਜਾਓ, ਮੈਂ ਇਕੱਲਾ ਹੀ ਖਲੋਵਾਂਗਾ, ਪਰ ਮੈਂ ਸੱਚ ਬੋਲਾਂਗਾ ਭਾਵੇਂ ਜੋ ਮਰਜ਼ੀ ਮੁਸੀਬਤਾਂ ਆ ਪੈਣ। ਬਿਲਕੁਲ। ਤੇ ਇਹ ਲਿਖਾਰੀ ਨੇ ਜਿਹੜੇ ਕਹਿੰਦੇ ਜੀ ਕਿਉਂਕਿ ਵੋਟਾਂ ਉਧਰ ਜ਼ਿਆਦਾ ਪੈ ਗਈਆਂ, ਇਸ ਕਰਕੇ ਵੀ ਭੇਡੂ ਬਣਿਆ ਹੋਣਾ। ਹੁਣ ਗੱਲ ਤਾਂ ਇਹ ਸੀ ਕਿ ਇਹਨਾਂ ਜਿਹੜੀਆਂ ਜਾਦੂਗਰਨੀਆਂ ਸੀ, ਅਸਲ ਦੇ ਵਿੱਚ ਇਹਨਾਂ ਕੋਲੇ ਸੀ ਰੂਪ ਦਾ ਜਾਦੂ, ਜਿਵੇਂ ਕਿ ਆਪਣੇ ਆਮ ਪ੍ਰਚਲਿਤ ਹੈ। ਗੱਲ ਸੋਹਣੀਆਂ ਸੀ, ਇਹ ਬਹੁਤ ਸਾਰੇ ਨਖਰੇ ਕਰਨ ਜਾਣਦੀਆਂ ਸੀ, ਨੱਚਣ ਗਾਉਣ ਆਦਿਕ ਜਾਣਦੀਆਂ ਸੀ, ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਸੀ। ਇੱਥੇ ਅਮੀਰ ਵਜ਼ੀਰ ਰਾਜੇ ਮਹਾਰਾਜੇ ਆਉਂਦੇ ਹੋਣਗੇ ਤੇ ਉਹਨਾਂ ਤੋਂ ਇਹ ਪੈਸਾ ਟੱਕਾ ਲੈ ਕੇ ਆਪਣੀ ਜੀਵਨ ਜ਼ਿੰਦਗੀ ਚਲਾਉਂਦੀਆਂ ਸੀ। ਇਹ ਤਾਂ ਆਮ ਤੌਰ ਤੇ ਉਹਨਾਂ ਜ਼ਮਾਨਿਆਂ 'ਚ ਕਿ ਅੱਜ ਤੱਕ ਵੀ ਵੇਸ਼ਵਾਗਮਨੀ ਦੇ ਅੱਡੇ ਤਾਂ ਥਾਂ ਥਾਂ ਤੇ ਭਾਰਤ ਦੇ ਵਿੱਚ ਅੱਜ ਤੱਕ ਮੌਜੂਦ ਨੇ। ਮਲੇਸ਼ੀਆ, ਸਿੰਗਾਪੁਰ ਦੇ ਵਿੱਚ ਤਾਂ ਸਰਕਾਰੀ ਤੌਰ ਤੇ ਮਾਨਤਾ ਪ੍ਰਾਪਤ ਨੇ ਇਹੋ ਜਿਹੇ ਅੱਡੇ ਜੀ। ਤਾਂ ਇਹ ਜਿਹੜੇ ਇਹਨਾਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਇਹਨਾਂ ਲੜਕੀਆਂ ਨੂੰ ਇਸ ਅਪਮਾਨਜਨਕ ਕੰਮ ਤੋਂ ਰੋਕ ਕੇ ਉਹਨਾਂ ਨੂੰ ਘਰਾਂ ਦੇ ਵਿੱਚ ਰਹਿਣਾ, ਘਰ ਬਸਾਉਣਾ, ਵਿਆਹ ਕਰਾਉਣਾ, ਬੱਚੇ ਪਾਲਣਾ ਸੰਭਾਲਣਾ, ਇਹ ਸਾਰੇ ਜਿਹੜੇ ਕਿ ਸਮਾਜਿਕ ਵਰਤਾਰੇ ਵਾਲੇ ਇੱਜ਼ਤਦਾਰ ਕੰਮ ਨੇ, ਗੁਰੂ ਨਾਨਕ ਸਾਹਿਬ ਉਧਰਲੇ ਪਾਸੇ ਮੋੜਨਾ ਚਾਹੁੰਦੇ ਸੀ। ਇੱਕ ਤਾਂ ਇਹਨਾਂ ਲੜਕੀਆਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਸੀ, ਦੂਜਾ ਇਹਨਾਂ ਕੋਲੇ ਆਉਣ ਵਾਲੇ ਲੋਕੀ ਆਪਣਾ ਪੈਸਾ, ਆਪਣਾ ਸਮਾਂ ਉਹ ਬਰਬਾਦ ਕਰਦੇ ਸੀ ਤੇ ਫਿਰ ਅਯਾਸੀ ਦੇ ਵਿੱਚ ਉਹ ਦੇਸ਼ ਦੇ ਲੋਕਾਂ ਦਾ ਭਲਾ ਵੀ ਨਹੀਂ ਕਰ ਸਕਦੇ ਸੀ, ਇੱਧਰ ਹੀ ਗਰਕ ਹੋਏ ਪਏ ਸੀ ਬਹੁਤ ਜ਼ਿਆਦਾ ਜੀ। ਤਾਂ ਉਹਨਾਂ ਗੱਲਾਂ ਦਾ ਧਿਆਨ ਰੱਖ ਕੇ ਗੁਰੂ ਨਾਨਕ ਸਾਹਿਬ ਮਰਦਾਨਾ ਜੀ ਦੇ ਨਾਲ ਉੱਥੇ ਗਏ ਨੇ। ਇਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸਮਝਾਉਣ ਵਾਸਤੇ ਉੱਥੇ ਠਹਿਰ ਗਏ, ਕਈ ਦਿਨ ਉੱਥੇ ਰਹੇ ਨੇ ਤੇ ਮਰਦਾਨਾ ਜੀ ਨੂੰ ਉੱਥੇ ਨਾਲ ਆਪਣੇ ਹੋਰ ਸੰਗੀ ਸਾਥੀ ਵੀ ਹੋਣਗੇ। ਉਹਨਾਂ ਨੇ ਘੁੰਮ ਫਿਰ ਕੇ ਵੇਖਿਆ ਕਿ ਕੌਣ ਕਿੱਥੇ ਹੈ, ਕੀ ਕਰਦਾ ਹੈ, ਇੱਥੋਂ ਦਾ ਕਿਹੋ ਜਿਹਾ ਮਾਹੌਲ ਹੈ, ਵਾਤਾਵਰਨ ਹੈ, ਤੇ ਬੋਲੀ ਬਾਰੇ ਵੀ ਕੋਈ ਨਾ ਕੋਈ ਉਹਨਾਂ ਨੇ ਦੁਭਾਸ਼ੀਏ ਦਾ ਜਾਂ ਕੋਈ ਹੋਰ ਤਰੀਕੇ ਪ੍ਰਬੰਧ ਕੀਤਾ ਹੋਵੇਗਾ ਕਿ ਇਹਨਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਜਾਵੇ ਜੀ। ਤਾਂ ਉਹ ਸਾਰੇ ਪ੍ਰਬੰਧ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੂੰ ਆ ਕੇ ਮਰਦਾਨਾ ਜੀ ਨੇ ਰਿਪੋਰਟ ਦਿੱਤੀ ਕਿ ਇਸ ਤਰ੍ਹਾਂ ਦੀਆਂ ਨੇ। ਉਹ ਮਰਦਾਨਾ ਜੀ ਆਪ ਵੀ ਉਹਨਾਂ ਨੂੰ ਜਦੋਂ ਸਮਝਾਉਣ ਲੱਗਿਆ, ਕਹਿਣਾ ਤਾਂ ਇਹ ਬਣਦਾ ਸੀ ਕਿ
ਤੁਸੀਂ ਇਹੋ ਜਿਹੇ ਕੰਮ ਛੱਡੋ। ਤੇ ਉਹ ਕਹਿਣ ਲੱਗੀਆਂ ਇੱਥੇ ਤਾਂ ਲੋਕੀ ਆਉਂਦੇ ਹੀ ਉਹ ਨੇ ਜਿਹੜੇ ਸਾਡੇ ਨਾਲ ਸਹਿਮਤ ਨੇ, ਸਾਡੇ ਕੋਲੇ ਆਪਣਾ ਰੰਗ ਰਲੀਆਂ ਮਨਾਉਣ ਆਉਂਦੇ ਨੇ। ਤੂੰ ਜੀ ਭੇਡੂ ਕਿੱਥੋਂ ਆ ਗਿਆ ਇਹੋ ਜਿਹਾ ਜਿਹੜਾ ਸਾਨੂੰ ਮੱਤਾਂ ਦੇਣ ਵਾਲਾ? ਅਸੀਂ ਤਾਂ ਪਹਿਲਾਂ ਹੀ ਇੰਨਾ ਕੁਝ ਜਾਣਦੀ ਆ। ਜੀ ਇਹ ਤਾਂ ਮੰਨ ਸਕਦੇ ਆ ਕਿ ਉਹਨਾਂ ਨੇ ਕੁਝ ਕੌੜੇ ਬਚਨ, ਸ਼ਰਾਰਤੀ ਬਚਨ, ਮਜ਼ਾਕ ਵਗੈਰਾ ਕਰਕੇ ਉਹਨਾਂ ਨੂੰ ਕਿਹਾ ਹੋਵੇ, ਪਰ ਸੱਚਮੁੱਚ ਭੇਡੂ ਬਣ ਗਿਆ, ਇਹ ਤਾਂ ਗੱਲ ਹੀ ਅਜੀਬ ਹੈ। ਜੀ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮਰਦਾਨਾ ਜੀ ਨੇ ਸਾਰੀ ਰਿਪੋਰਟ ਲੈ ਕੇ ਉੱਥੇ ਆ ਕੇ ਦੱਸੀ। ਪਰ ਅੱਗੇ ਕਰਾਮਾਤੀ ਕਹਾਣੀਆਂ ਇਹ ਬਣਾ ਦਿੱਤੀਆਂ ਗਈਆਂ ਕਿ ਇੱਕ ਜਾਦੂਗਰਨੀ ਨੇ ਮਰਦਾਨੇ ਦੇ ਨੇੜੇ ਹੋ ਕੇ ਪਿਆਰ ਦੇ ਨਾਲ ਗਲ ਦੇ ਵਿੱਚ ਧਾਗਾ ਬੰਨ੍ਹ ਦਿੱਤਾ। ਧਾਗਾ ਬੰਨਣ ਦੀ ਦੇਰ ਸੀ ਤੇ ਉਹ ਝਟਪਟ ਭੇਡੂ ਬਣ ਗਿਆ। ਉਹਨੇ ਰੱਸੀ ਪਾ ਕੇ ਉੱਥੇ ਕਿੱਲੇ ਨਾਲ ਬੰਨ੍ਹ ਦਿੱਤਾ ਤੇ ਜਦੋਂ ਬਹੁਤ ਦੇਰ ਤੱਕ ਉਹ ਮੁੜ ਕੇ ਨਾ ਆਇਆ, ਗੁਰੂ ਨਾਨਕ ਸਾਹਿਬ ਉੱਥੇ ਗਏ। ਇਹ ਤਾਂ ਸ਼ੁਕਰ ਹੈ ਜੇ ਥੋੜਾ ਜਿਹਾ ਫਰਕ ਰਹਿ ਗਿਆ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਗਲ 'ਚ ਧਾਗਾ ਪਵਾ ਕੇ ਭੇਡੂ ਬਣਾ ਕੇ ਨਹੀਂ ਬੰਨਿਆ, ਥੋੜੀ ਜਿਹੀ ਕਸਰ ਰਹਿ ਗਈ, ਨਹੀਂ ਤਾਂ ਸਾਖੀਕਾਰਾਂ ਦਾ ਅਤਵਾਰ ਕੋਈ ਨਹੀਂ ਸੀ ਜੀ ਤੇ ਗੁਰੂ ਨਾਨਕ ਸਾਹਿਬ ਨੇ ਉੱਥੇ ਜਾਦੂਗਰੀ ਕੀਤੀ। ਇੱਕ ਜਿਹੜੀ ਬੇਸ਼ਵਾ ਸੀ ਉਹ ਜਾਦੂਗਰਨੀ ਸੀ, ਪਾਣੀ ਦਾ ਘੜਾ ਲੈ ਕੇ ਆ ਰਹੀ ਸੀ, ਉਹ ਘੜਾ ਉਹਦੇ ਸਿਰ ਤੇ ਚਿਪਕ ਗਿਆ ਤੇ ਥੱਲੇ ਨਾ ਉਤਰੇ ਤੇ ਗੁਰੂ ਨਾਨਕ ਸਾਹਿਬ ਨੂੰ ਉਹ ਫਿਰ ਪੈਰੀਂ ਪੈ ਗਈਆਂ ਵੀ ਘੜਾ ਉਤਾਰੋ। ਉਹਨੇ ਗੁਰੂ ਨਾਨਕ ਸਾਹਿਬ ਨੇ ਉਹ ਘੜਾ ਫਿਰ ਕਹਿ ਦਿੱਤਾ ਕਿ ਉਤਰ ਜਾਣਾ ਚਾਹੀਦਾ, ਉਤਰ ਗਿਆ। ਫਿਰ ਉਹਨਾਂ ਨੂੰ ਸਮਝਾਇਆ ਬੁਝਾਇਆ, ਸਹੀ ਰਾਹ ਤੇ ਲਿਆਂਦਾ ਤੇ ਮਰਦਾਨਾ ਜੀ ਦੇ ਗਲ ਚੋਂ ਧਾਗਾ ਤੋੜਿਆ। ਔਰ ਇਹ ਕਹਾਣੀਆਂ ਬਾਲਾ ਲਿਖਦਾ ਬਹੁਤੀ ਥਾਵਾਂ ਤੇ। ਬਾਲਾ ਆਪ ਕਿਤੇ ਭੇਡੂ ਨਹੀਂ ਬਣਦਾ, ਬਾਲੇ ਤੇ ਆਪ ਕਿਤੇ ਮੁਸੀਬਤਾਂ ਨਹੀਂ ਆਉਂਦੀਆਂ। ਜਿੱਥੇ ਭੇਡੂ ਬਣਦਾ ਜਾਂ ਮੁਸੀਬਤਾਂ ਆਉਂਦੀਆਂ ਨੇ ਉਹ ਸਾਰੀਆਂ ਮਰਦਾਨੇ ਤੇ ਆਉਂਦੀਆਂ ਨੇ ਜੀ। ਤੇ ਬਾਲਾ ਜਿਹੜਾ ਤਮਾਸ਼ਗਰੀ ਬਣਦਾ। ਤੇ ਉੱਥੇ ਗੱਲ ਇਹ ਬਣਦੀ ਸੀ ਕਿ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਆਪਣੀਆਂ ਬੇਟੀਆਂ, ਆਪਣੀਆਂ ਧੀਆਂ, ਆਪਣੀਆਂ ਭੈਣਾਂ ਬਣਾ ਕੇ ਚੰਗੀ ਮੱਤ ਦਿੱਤੀ, ਉਪਦੇਸ਼ ਦਿੱਤਾ ਕਿ ਪੁੱਤਰੀਓ ਇਹੋ ਜਿਹੇ ਕੰਮ ਨਹੀਂ ਕਰੀਦੇ, ਤੁਸੀਂ ਚੰਗੀਆਂ ਔਰਤਾਂ ਬਣੋ, ਘਰ ਬਸਾਓ, ਸਮਾਜ ਦੀ ਉਸਾਰੀ ਦੇ ਵੀ ਯੋਗਦਾਨ ਪਾਓ। ਇਹ ਕੰਮ ਤੁਹਾਨੂੰ ਸੋਭਾ ਨਹੀਂ ਦਿੰਦਾ। ਇਹਨਾਂ ਨੀਵੀਂ ਸੋਚ ਵਾਲੇ ਲੋਕਾਂ ਨੇ ਤੁਹਾਨੂੰ ਇਹੋ ਜਿਹੀਆਂ ਭੈੜੀਆਂ ਬਣਾ ਦਿੱਤਾ, ਤੁਹਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਹ ਗੱਲਾਂ ਸੀ ਸਮਝਾਉਣ ਵਾਲੀਆਂ, ਪਰ ਇਧਰਲੇ ਪਾਸੇ ਤਾਂ ਅਸੀਂ ਤੁਰੇ ਹੀ ਨਹੀਂ, ਸਾਨੂੰ ਹੋਰੇ ਪਾਸੇ ਤੋਰ ਦਿੱਤਾ। ਇੱਥੇ ਸ਼ਬਦ ਹੈ ਕਿ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ 349 ਪੰਨੇ ਤੇ ਹੈ ਕਿ ਇੱਥੇ ਤਾਂ ਹਰ ਕੋਈ ਵਿਕਾਊ ਹੈ। ਗੱਲ ਇਹਨਾਂ ਲੜਕੀਆਂ ਦੀ ਨਹੀਂ ਸੀ। ਇੱਥੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਰਾਜੇ ਮਹਾਰਾਜੇ ਵੀ ਆਪਣੇ ਵਿਕਾਊ ਹੋਏ ਫਿਰਦੇ ਨੇ, ਅਮੀਰ ਗਰੀਬ ਇੱਥੇ ਸਾਰੇ ਹੀ ਆਪਣੇ ਰੁਜ਼ਗਾਰ ਪਿੱਛੇ ਕੀ ਕੁਝ ਕਰੀ ਜਾਂਦੇ ਨੇ। ਤਾਲ ਮਦੀਰੇ, ਘਟ ਕੇ ਘਾਟ, ਦੌਲਤ ਦੁਨੀਆ, ਵਾਜਾਂ ਬਾਜ, ਇਹ ਤਾਂ ਸਾਰੇ ਨੱਚਦੇ ਨੇ, ਸਾਰੇ ਗਾਉਂਦੇ ਨੇ, ਸਾਰੀ ਪੇਟ ਪੂਰਤੀ ਵਾਸਤੇ ਇਹ ਕੰਮ ਕਰਦੇ ਨੇ। ਇਹ ਸਾਰਾ ਕੁਝ ਦੱਸਣ ਤੋਂ ਭਾਵ ਗੁਰੂ ਸਾਹਿਬ ਦਾ ਸੀ ਕਿ ਤੁਸੀਂ ਕੱਲਾ ਪੇਟ ਪੂਰਤੀ ਦਾ ਖਿਆਲ ਨਾ ਰੱਖੋ, ਸਮਾਜ ਦੇ ਭਲੇ ਦਾ ਕੰਮ ਵੀ ਕਰੋ, ਲੋਕਾਂ ਦਾ ਨੁਕਸਾਨ ਨਾ ਕਰੋ, ਆਪਣੇ ਆਪੇ ਦਾ ਨੁਕਸਾਨ ਨਾ ਕਰੋ। ਬਿਲਕੁਲ ਜੀ ਬਿਲਕੁਲ। ਇਹ ਜ਼ਰੂਰ ਯਾਦ ਰੱਖਿਓ ਜਿੱਥੇ ਕਿਹਾ ਜਾ ਰਿਹਾ ਸੀ ਲਏ ਦਿੱਤੇ ਬਿਨ ਰਹਿ ਨਾ ਕੋਈ, ਕਹਿ ਖੁਦਾਏ ਨਾ ਮਾਨੈ ਕੋਈ, ਵੀ ਰੱਬ ਦਾ ਨਾਮ ਲੈਣ ਨਾ ਕਿਤੇ ਕੋਈ ਮੰਨਦਾ। ਇੱਥੇ ਉਹਨਾਂ ਨੇ ਵੀ ਬੜੀਆਂ ਸਫਾਈਆਂ ਦੇਣ ਦੀ ਕੋਸ਼ਿਸ਼ ਕੀਤੀ। ਸਰੋਤਿਓ ਅੱਜ ਦਾ ਇਹ ਖਿਆਲ ਰੱਖਿਓ ਕਿ ਵਿਸ਼ੇਸ਼ ਤੌਰ ਤੇ ਗੱਲਬਾਤ ਜਿਹੜੀ ਮਰਦਾਨਾ ਜੀ ਦੇ ਜੀਵਨ ਨੂੰ ਲੈ ਕੇ ਹੋਈ ਹੈ ਤੇ ਗੁਰੂ ਪਾਤਸ਼ਾਹ ਦੇ ਨਾਮ ਨਾਲ ਜਿਹੜੇ ਜੁੜੇ ਝੂਠ ਨੇ, ਕਿਉਂਕਿ ਸਾਖੀਆਂ ਨੂੰ ਇੱਕ ਤਾਂ ਹੈ ਉਹਨਾਂ ਦਾ ਸਹੀ ਜਿਹੜੀ ਹੈ ਪੜਚੋਲ ਕਰਨੀ, ਕੁਛ ਨਾ ਕੁਛ, ਕਿਉਂਕਿ ਤੱਤ ਜਿਹੜੇ ਨੇ ਉਹ ਜਿਹੜੇ ਚੰਗੇ ਗੁਰਬਾਣੀ ਦੇ ਅਕੋਰਡਿੰਗਲੀ ਨੇ, ਉਹ ਸਿੱਧੀ ਗੱਲ ਹੈ ਕਿ ਬੰਦਾ ਆਪਣੀ ਚੰਗੀ ਜ਼ਿੰਦਗੀ ਜੀਵੇ ਤੇ ਸਮਾਜ ਨੂੰ ਜਿਹੜੀ ਸੇਧ ਕੁਛ ਨਾ ਕੁਛ ਇੱਕ ਦੂਸਰੇ ਤੋਂ ਮਿਲ ਸਕੇ, ਆਪਾਂ ਇਕੱਠੇ ਹੋ ਕੇ ਅਗਾਂਹ ਵਧੂ ਸੋਚ ਰੱਖ ਕੇ ਚੱਲ ਸਕੀਏ। ਜੋ ਸਾਖੀਆਂ ਨੇ ਉਹ ਸਿੱਖਿਆਦਾਇਕ ਹੁੰਦੀਆਂ, ਪਰ ਇਹ ਕਹਾਣੀਆਂ, ਇਹ ਝੂਠ ਫਰੇਬ ਦੇ ਜੋ ਲੋਕਾਂ ਨੇ ਆਪਣੇ ਅੱਡੇ ਚਲਾਉਣੇ ਸਨ ਧਰਮ ਦੇ ਨਾਮ ਤੇ, ਇਹ ਉਹਨਾਂ ਨੇ ਇਹਨਾਂ ਦਾ ਮਿਸਯੂਜ਼ ਕਰ ਕਰਕੇ ਬਾਬਾ ਨਾਨਕ ਜੀ ਦੇ ਨਾਮ ਦਾ ਇਹ ਸਾਰਾ ਕੁਝ ਜੋ ਘਾੜਤਾਂ ਘੜੀਆਂ, ਔਰ ਮਰਦਾਨਾ ਜੀ ਵਰਗੀ ਵਧੀਆ ਸ਼ਖਸੀਅਤ ਨੂੰ, ਚੰਗੀ ਸ਼ਖਸੀਅਤ ਨੂੰ ਵੀ ਉਹਨਾਂ ਦਾ ਜੀਵਨ ਜਿਹੜਾ ਵਿਗਾੜ ਕੇ ਪੇਸ਼ ਕੀਤਾ। ਉਹਦੇ ਬਾਰੇ ਅੱਜ ਬਾਪੂ ਜੀ ਨੇ ਚਾਨਣਾ ਪਾਇਆ। ਆਪ ਜੀ ਦਾ ਧੰਨਵਾਦ ਹੈ ਜੀ ਅੱਜ ਦੇ ਪ੍ਰੋਗਰਾਮ ਲਈ ਸਮਾਂ ਦੇਣ ਲਈ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਫੇਰ ਯਾਦ ਕਰਾਂਗੇ ਔਰ ਕੁਝ ਨਾ ਕੁਝ ਸੱਚ ਲੈ ਕੇ ਤੁਹਾਡੇ ਸਾਹਮਣੇ ਇਹਨਾਂ ਸਾਖੀਆਂ ਦੀ ਪੜਚੋਲ ਦੇ ਰਾਹੀਂ ਪਹੁੰਚਾਂਗੇ ਜੀ। ਸਰੋਤਿਆਂ ਦਾ ਧੰਨਵਾਦ। ਮੈਂ ਸਤਬੀਰ ਸਿੰਘ ਹੋਸਟ ਆਪ ਜੀ ਦੀ ਸੇਵਾ ਦੇ ਵਿੱਚ, ਖਿਦਮਤ ਦੇ ਵਿੱਚ ਇਸੇ ਤਰੀਕੇ ਨਾਲ ਆਉਂਦਾ ਰਹਾਂਗਾ ਔਰ ਆਪਾਂ ਗੱਲਬਾਤ ਕਰਦੇ ਰਹਾਂਗੇ ਸਤਿਕਾਰਯੋਗ ਇੰਦਰ ਸਿੰਘ ਜੀ ਘੱਗਾ ਜੀ ਦੇ ਨਾਲ। ਤੁਸੀਂ ਇਹਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਬੁੱਕਸ ਵੀ ਨੇ ਉਹ ਵੀ ਪੜ੍ਹ ਸਕਦੇ ਹੋ ਔਰ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜਿਹੜੀ ਸੇਧ ਭਰੀਆਂ ਜਿਹੜੀਆਂ ਗੱਲਾਂ ਨੇ ਉਹ ਸਾਨੂੰ ਮਿਲਦੀਆਂ ਨੇ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਨੇ। ਹੋਰਾਂ ਨਾਲ ਵੀ ਇਹ ਸਾਰੀਆਂ ਜਿਹੜੀਆਂ ਅਸੀਂ ਵੀਡੀਓਜ਼, ਆਡੀਓਜ਼ ਤੁਹਾਡੇ ਤੱਕ ਲੈ ਕੇ ਆਉਂਦੇ ਹੋ, ਸ਼ੇਅਰ ਕਰਦੇ ਰਹੋ ਤਾਂ ਕਿ ਸੱਚ ਦੀ ਜਿਹੜੀ ਖੋਜ ਕੀਤੀ ਗਈ ਹੈ ਉਹ ਅਜਾਈ ਨਾ ਚਲੀ ਜਾਵੇ। ਕੀਤੀ ਗਈ ਮਿਹਨਤ ਹਰ ਇੱਕ ਸੱਜਣ ਤੱਕ ਪਹੁੰਚ ਸਕੇ ਤਾਂ ਕਿ ਅਸੀਂ ਨਵੇਂ ਸੱਜਣਾਂ ਦਾ ਨਿਰਮਾਣ, ਚੰਗੇ ਹਿਰਦਿਆਂ ਦਾ ਨਿਰਮਾਣ ਕਰਕੇ ਚੰਗੀ ਸੋਚ ਦੇ ਪੈਰੋਕਾਰ ਬਣ ਸਕੀਏ ਜੀ। ਸੋ ਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।